ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਸਾਹਿਬ ਜੀ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰ ਈਸ਼ਰ ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਏ। ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਏ। ਜੁਗੋ ਜੁਗ ਅਟਲ ਸ਼ਬਦ ਗੁਰੂ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਜੁੜ ਬੈਠ ਕੇ ਅੰਮ੍ਰਿਤ ਵੇਲੇ ਗੁਰਦੀਵਾਨ ਦੀਆਂ ਹਾਜ਼ਰੀਆਂ ਪਰਦੇ ਹੋਏ ਸਤਸੰਗੀ ਜਨੋ, ਅੰਮ੍ਰਿਤ ਵੇਲੇ ਦੇ ਨੇਮ ਤੋਂ ਉਪਰੰਤ ਗੁਰਬਾਣੀ ਦਾ ਰਸ ਪੀਣਾ ਕੀਰਤਨ ਉਪਰੰਤ ਚੱਲ ਰਹੀ ਲੜੀਵਾਰ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਨ ਦੇ ਲਈ ਆਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਇਕੱਤਰ ਹੋਏ ਹੋ। ਇਸ ਲੜੀ ਦੇ ਵਿੱਚ ਅਸੀਂ 4 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ 5ਵੀਂ ਪੌੜੀ ਦੀ ਵਿਚਾਰ ਸਾਂਝੀ ਕਰਨੀ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਸਤਿਗੁਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਫਤਿਹ ਦੇ ਨਾਲ ਸਾਂਝ ਪਾਈਏ ਜੀ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਨੇ ਅੱਜ ਦੀ ਇਸ ਪਾਵਨ ਪੌੜੀ ਦੇ ਅੰਦਰ ਜੋ ਅਖਰੀ ਅਰਥ ਸਾਡੀ ਸਿਹਤ ਦੇ ਲਈ ਬਖਸ਼ਿਸ਼ ਕੀਤੇ ਨੇ, ਗੁਰੂ ਸਾਹਿਬ ਆਖਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਨਿਰੰਜਨ ਮਾਇਆ ਤੋਂ ਰਹਿਤ, ਮਾਇਆ ਦੇ ਪ੍ਰਭਾਵ ਤੋਂ ਰਹਿਤ ਉਹ ਅਕਾਲ ਪੁਰਖ ਵਾਹਿਗੁਰੂ। ਥਾਪਿਆ ਉਹਨੂੰ ਅਸਥਾਪਨ ਨਹੀਂ ਕੀਤਾ ਜਾ ਸਕਦਾ, ਜਿਸ ਨੂੰ ਕਿਸੇ ਮੂਰਤੀ ਦੇ ਰੂਪ ਦੇ ਵਿੱਚ ਸਥਾਪਨਾ ਕਿਸੇ ਦੀ ਨਾ ਹੋ ਸਕੇ, ਜੋ ਜੰਮਦਾ ਨਹੀਂ, ਜੋ ਮਾਂ ਦੇ ਗਰਭ ਦੇ ਵਿੱਚ ਨਿੰਮਦਾ ਨਹੀਂ, ਜਿਸ ਨੂੰ ਥਾਪਿਆ ਨਹੀਂ ਜਾ ਸਕਦਾ, ਘੜਿਆ ਨਹੀਂ ਜਾ ਸਕਦਾ, ਬਣਾਇਆ ਨਹੀਂ ਜਾ ਸਕਦਾ, ਜੋ ਪੈਦਾ ਨਹੀਂ ਕੀਤਾ ਜਾ ਸਕਦਾ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ, ਉਸ ਦੀ ਸਥਾਪਨਾ ਨਹੀਂ ਹੋ ਸਕਦੀ, ਉਹਨੂੰ ਥਾਪਿਆ ਨਹੀਂ ਜਾ ਸਕਦਾ। ਉਹ ਨਿੰਮਦਾ ਨਹੀਂ, ਉਹ ਪੈਦਾ ਨਹੀਂ ਹੁੰਦਾ, ਉਹ ਜੰਮਦਾ ਨਹੀਂ, ਕਿਸੇ ਮੂਰਤੀ ਦੇ ਰੂਪ ਦੇ ਵਿੱਚ ਬਣਾ ਕੇ ਉਹਨੂੰ ਕਿਸੇ ਥਾਂ 'ਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ। ਕੀਤਾ ਨਾ ਹੋਏ, ਪੈਦਾ ਨਹੀਂ ਕੀਤਾ ਜਾ ਸਕਦਾ। ਆਪੇ ਆਪ ਨਿਰੰਜਨ ਸੋਏ। ਉਹ ਪਰਮਾਤਮਾ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਉਹ ਆਪ ਹੀ ਆਪ ਹੈ, ਭਾਵ ਸਹਿਭੰਗ ਹੈ। ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਹੇ ਨਾਨਕ, ਉਸ ਗੁਣੀ ਨਿਧਾਨ ਭਾਵ ਗੁਣਾਂ ਦੇ ਖਜ਼ਾਨੇ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਜਿਸ ਦੀ ਸਿਫਤ ਸਲਾਹ ਕੀਤਿਆਂ ਵਡਿਆਈ ਪ੍ਰਾਪਤ ਹੁੰਦੀ ਹੈ। ਜਿਸ ਨੇ ਵੀ ਉਸ ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਤਿਨ ਪਾਇਆ ਮਾਨ, ਉਸਨੇ ਮਾਨ ਵਡਿਆਈ ਪ੍ਰਾਪਤ ਕੀਤੀ ਹੈ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰੂ ਸਾਹਿਬ ਫਿਰ ਦੁਬਾਰਾ ਇਹ ਬਚਨ ਸਾਡੀ ਸਿਹਤ ਦੇ ਲਈ ਬਖਸ਼ਿਸ਼ ਕਰਦੇ ਹੈ ਕਿ ਉਸ ਪਰਮਾਤਮਾ ਨੂੰ ਆਓ ਉਸ ਦੇ ਗੁਣ ਗਾਵੀਏ,
ਉਸਨੂੰ ਸੁਣੀਏ ਤੇ ਮਨ ਦੇ ਵਿੱਚ, ਮਨ ਦੇ ਨੰਨੇ ਨੂੰ ਸਿਆਰੀ ਹੈ, ਮਨ ਦੇ ਵਿੱਚ ਉਸ ਦਾ ਪ੍ਰੇਮ ਟਿਕਾਈਏ, ਭਾਵ ਤੋਂ ਭਾਵ ਪ੍ਰੇਮ। ਆਓ ਉਸ ਦੇ ਗੁਣਾਂ ਦਾ ਗਾਇਨ ਕਰੀਏ, ਉਸ ਦੀ ਸਿਫਤ ਸਲਾਹ ਕਰੀਏ, ਉਸ ਦੀ ਸਿਫਤ ਸਲਾਹ ਨੂੰ ਸੁਣੀਏ ਤੇ ਮਨ ਦੇ ਵਿੱਚ ਉਸ ਪ੍ਰਤੀ ਪ੍ਰੇਮ ਟਿਕਾਈਏ। ਜੋ ਕੁਝ ਸੁਣਿਆ ਹੈ, ਗਾਵਿਆ ਹੈ, ਉਹ ਸਾਡੇ ਅੰਦਰ ਵਸ ਜਾਏ, ਉਹਨੂੰ ਜੀਵਨ ਦੇ ਵਿੱਚ ਅਪਣਾ ਲਈਏ। ਤੇ ਕਹਿੰਦੇ ਜਿਹੜਾ ਇਹ ਤਰੀਕਾਕਾਰ ਜ਼ਿੰਦਗੀ ਦੇ ਵਿੱਚ ਅਪਣਾਉਂਦਾ ਹੈ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਕਹਿੰਦੇ ਉਹ ਆਪਣੇ ਹਿਰਦੇ ਘਰ ਦੇ ਵਿੱਚੋਂ, ਆਪਣੇ ਜੀਵਨ ਦੇ ਵਿੱਚੋਂ ਦੁੱਖ ਉਸ ਦੇ ਜੀਵਨ ਦੇ ਵਿੱਚੋਂ ਉਸ ਦਾ ਅੰਤ ਹੋ ਜਾਂਦਾ ਹੈ ਤੇ ਆਤਮਿਕ ਸੁੱਖ ਆਪਣੇ ਹਿਰਦੇ ਘਰ ਦੇ ਵਿੱਚ ਲਿਆਉਂਦਾ ਹੈ। ਸੰਸਾਰ ਦੇ ਅੰਦਰ ਵਿਚਰਦਿਆਂ ਉਸ ਦੇ ਜੀਵਨ ਵਿੱਚ ਦੁੱਖ ਨਹੀਂ, ਉਹ ਆਤਮਿਕ ਸੁੱਖਾਂ ਦੀ ਪ੍ਰਾਪਤੀ ਕਰਦਾ ਹੈ। ਇਸ ਨੂੰ ਅੱਗੇ ਆਪਾਂ ਖੋਲ੍ਹਣ ਦਾ ਯਤਨ ਕਰਾਂਗੇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ। ਕਹਿੰਦੇ ਗੁਰਮੁਖ, ਗੁਰੂ ਦੇ ਸਨਮੁਖ ਰਿਆਂ, ਜਿਸ ਦਾ ਮੂੰਹ ਗੁਰੂ ਵਾਲੇ ਪਾਸੇ ਹੋ ਜਾਏ, ਜੋ ਗੁਰੂ ਦੀ ਦਿੱਤੀ ਵਿਚਾਰਧਾਰਾ ਅਨੁਸਾਰੀ ਜੀਵਨ ਬਤੀਤ ਕਰਨਾ ਸ਼ੁਰੂ ਕਰ ਦੇਵੇ। ਗੁਰੂ ਦੇ ਸਨਮੁਖ ਰਿਆਂ ਹੀ ਆਤਮਿਕ ਆਨੰਦ, ਨਾਦੰ ਤੋਂ ਭਾਵ ਇੱਥੇ ਆਤਮਿਕ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਗੁਰੂ ਦੇ ਸਨਮੁਖ ਰਿਆਂ ਹੀ ਗਿਆਨ ਪ੍ਰਾਪਤ ਹੁੰਦਾ ਹੈ। ਵੇਦੰ ਤੋਂ ਭਾਵ ਗਿਆਨ। ਗੁਰਮੁਖ ਰਿਹਾ ਸਮਾਈ, ਤੇ ਗੁਰੂ ਦੀ ਸ਼ਰਨ ਦੇ ਵਿੱਚ ਰਿਆਂ ਹੀ ਇਹ ਪਤਾ ਲੱਗਦਾ ਹੈ, ਇਹ ਸੋਝੀ ਹੁੰਦੀ ਹੈ ਕਿ ਉਹ ਪਰਮਾਤਮਾ ਸਭ ਥਾਈਂ ਵਿਆਪਕ ਹੈ। ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ। ਗੁਰੂ ਸਾਹਿਬ ਫਿਰ ਗੁਰੂ ਦੀ ਮਹਿਮਾ ਬਿਆਨ ਕਰਦੇ ਹੋਏ ਕਹਿੰਦੇ ਹੈ ਕਿ ਮੇਰੇ ਲਈ ਗੁਰੂ ਹੀ ਈਸ਼ਰ ਹੈ, ਭਾਵ ਸ਼ਿਵ ਹੈ, ਗੁਰੂ ਹੀ ਵਿਸ਼ਨੂੰ ਹੈ, ਗੁਰੂ ਹੀ ਬ੍ਰਹਮਾ ਹੈ, ਗੁਰੂ ਹੀ ਪਾਰਬਤੀ ਮਾਈ। ਮੈਂ ਕਿਸੇ ਸ਼ਿਵ ਨੂੰ, ਬ੍ਰਹਮਾ ਨੂੰ, ਵਿਸ਼ਨੂੰ ਨੂੰ ਜਾਂ ਪਾਰਬਤੀ ਮਾਈ ਜਿਸ ਨੂੰ ਉਹ ਮੰਨਦੇ ਹੈ, ਮੈਂ ਉਹਨਾਂ ਨੂੰ ਨਹੀਂ ਮੰਨਦਾ। ਮੇਰੇ ਲਈ ਸਭ ਕੁਝ ਗੁਰੂ ਹੀ ਹੈ। ਜੇ ਹਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਲੇਕਿਨ ਹੇ ਪ੍ਰਭੂ, ਜੇ ਮੈਂ ਉਸ ਪਰਮਾਤਮਾ ਦੇ ਬਾਰੇ, ਤੇਰੇ ਬਾਰੇ ਕੁਝ ਜਾਣ ਵੀ ਲਵਾਂ, ਕੁਝ ਸਮਝ ਵੀ ਜਾਵਾਂ, ਤਾਂ ਵੀ ਮੈਂ ਉਸ ਦੇ ਬਾਰੇ ਕੁਝ ਕਥਨ ਨਹੀਂ ਕਰ ਸਕਦਾ, ਉਸ ਦਾ ਬਿਆਨ ਨਹੀਂ ਕਰ ਸਕਦਾ। ਉਹ ਇਤਨਾ ਬੇਅੰਤ ਹੈ। ਇਸ ਲਈ ਹੈ ਸੱਚੇ ਪਾਤਸ਼ਾਹ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੇ ਸਤਿਗੁਰੂ, ਇਹ ਬਖਸ਼ਿਸ਼ ਕਰ, ਇਹ ਸੋਝੀ ਬਖਸ਼, ਤਾਂ ਜੋ ਮੈਂ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੁੜਿਆ ਰਵਾਂ, ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਕਿਰਪਾ ਕਰ ਉਹ ਪਰਮਾਤਮਾ ਮੈਥੋਂ ਵਿਸਰ ਨਾ ਜਾਏ, ਮੈਂ ਉਸ ਨੂੰ ਭੁਲਾ ਨਾ ਦਿਆਂ। ਗੁਰੂ ਸਾਹਿਬ ਨੇ ਇਹ ਅਖਰੀ ਅਰਥ ਅੱਜ ਦੀ ਇਸ ਪਾਵਨ ਪੌੜੀ ਦੇ ਅੰਦਰ ਸਾਡੀ ਸਿਹਤ ਦੇ ਲਈ ਬਖਸ਼ਿਸ਼ ਕੀਤੇ ਹੈ। ਜਦੋਂ ਅਸੀਂ ਇਸ ਪੌੜੀ ਦੀ ਵਿਚਾਰ ਕਰਦੇ ਹਾਂ, 3 ਨੁਕਤੇ ਸਾਡੇ ਸਾਹਮਣੇ ਆਉਂਦੇ ਹੈ। ਸਭ ਤੋਂ ਵੱਡਾ ਨੁਕਤਾ ਜੋ ਪਹਿਲੀ ਤੁਕ ਦੇ ਵਿੱਚ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਕਿ ਉਹ ਪਰਮਾਤਮਾ ਜਿਹੜਾ ਅਸਥਾਪਨ ਨਹੀਂ ਕੀਤਾ ਜਾ ਸਕਦਾ, ਕਿਸੇ ਥਾਂ ਟਿਕਾਇਆ ਨਹੀਂ ਜਾ ਸਕਦਾ, ਜੋ ਮਾਂ ਦੇ ਗਰਭ ਦੇ ਵਿੱਚ ਨਿਮਦਾ ਨਹੀਂ, ਜੰਮਦਾ ਨਹੀਂ, ਪੈਦਾ ਨਹੀਂ ਹੁੰਦਾ, ਉਸ ਦੀ ਸਥਾਪਨਾ ਨਹੀਂ ਹੋ ਸਕਦੀ। ਉਹ ਪਰਮਾਤਮਾ ਆਪਣੇ ਆਪ ਤੋਂ ਹੀ ਹੈ। ਤੇ ਐਸਾ ਪਰਮਾਤਮਾ ਜਿਸ ਦੀ ਸਿਫਤ ਸਲਾਹ ਕੀਤਿਆਂ ਸਾਨੂੰ ਮਾਣ ਵਡਿਆਈ ਪ੍ਰਾਪਤ ਹੁੰਦੀ ਹੈ। ਇਸ ਲਈ ਉਸ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਨਾ ਚਾਹੀਦਾ ਹੈ। ਨਾਨਕ ਗਾਵੀਐ ਗੁਣੀ ਨਿਧਾਨ। ਉਹ ਗੁਣਾਂ ਦਾ ਖਜ਼ਾਨਾ ਹੈ, ਬੇਅੰਤ ਹੈ, ਅਸੀਮ ਹੈ, ਅਥਾਹ ਹੈ, ਅਪਹੁੰਚ ਹੈ। ਇਸ ਲਈ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਜਿਹੜਾ ਪਰਮਾਤਮਾ ਜੰਮਦਾ ਨਹੀਂ, ਮਾਂ ਦੇ ਗਰਭ ਦੇ ਵਿੱਚ ਨਿਮਦਾ ਨਹੀਂ, ਕਿਸੇ ਥਾਂ ਉਹਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ, ਟਿਕਾਇਆ ਨਹੀਂ ਜਾ ਸਕਦਾ, ਬਣਾਇਆ ਨਹੀਂ ਜਾ ਸਕਦਾ, ਪੈਦਾ ਨਹੀਂ ਹੋ ਸਕਦਾ। ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੀ ਹੁੰਦਾ ਹੈ। ਇੱਕ ਨੁਕਤਾ ਇਹ ਹੈ। ਦੂਜਾ ਨੁਕਤਾ ਜੋ ਗੁਰੂ ਸਾਹਿਬ ਨੇ ਵਿਚਾਰਧੀਨ ਪੌੜੀ ਦੇ ਅੰਦਰ ਸਾਡੀ ਸਿਹਤ ਦੇ ਲਈ ਬਖਸ਼ਿਸ਼ ਕੀਤਾ ਹੈ, ਉਹ ਵੀ ਬਹੁਤ ਵੱਡਾ ਹੈ ਕਿ ਗਾਵੀਐ ਸੁਣੀਐ ਮਨ ਰੱਖੀਐ ਭਾਉ। ਦੋਵੇਂ ਪੰਕਤੀਆਂ ਨਾਲ ਜੁੜਦੀਆਂ। ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਭਾਵ ਉਹ ਪਰਮਾਤਮਾ ਜਿਹੜਾ ਬੇਅੰਤ ਹੈ, ਅਪਹੁੰਚ ਹੈ, ਉਸ ਦੇ ਗੁਣਾਂ ਦਾ ਗਾਇਨ ਕਰਨਾ ਚਾਹੀਦਾ, ਉਸ ਦੀ ਸਿਫਤ ਸਲਾਹ ਸੁਣਨੀ ਚਾਹੀਦੀ ਹੈ। ਲੇਕਿਨ ਕਿਸ ਤਰੀਕੇ ਦੇ ਨਾਲ? ਮਨ ਰੱਖੀਐ ਭਾਉ, ਮਨ ਦੇ ਵਿੱਚ ਉਸ ਦਾ ਪ੍ਰੇਮ ਟਿਕ ਜਾਏ। ਭਾਵ ਜੋ ਕੁਝ ਅਸੀਂ ਗਾਵੀਏ, ਜੋ ਕੁਝ ਉਸ ਦੀ ਸਿਫਤ ਸਲਾਹ ਸੁਣੀਏ, ਉਹਨੂੰ ਆਪਣੇ ਜੀਵਨ ਦੇ ਵਿੱਚ ਵਸਾ ਲਈਏ। ਸਾਡੇ ਅੰਦਰ ਉਸ ਪ੍ਰਤੀ ਸੁਣੇ ਹੋਏ, ਗਾਏ ਹੋਏ ਲਈ ਪ੍ਰੇਮ ਪੈਦਾ ਹੋ ਜਾਏ। ਬਾਹਰੋਂ ਨਾ ਗਾਈਏ, ਅੰਦਰੋਂ ਗਾਈਏ। ਅਤੇ ਫਿਰ ਜਦੋਂ ਅਸੀਂ ਇਹ ਤਰੀਕਾਕਾਰ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਹਾਂ, ਅਤੇ ਫਿਰ ਕੀ ਹੁੰਦਾ ਹੈ?
ਜਿਨ ਸੇਵਿਆ ਤਿਨ ਪਾਇਆ ਮਾਨ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਕਹਿੰਦੇ ਜਿਹੜਾ ਵੀ ਇਸ ਤਰੀਕੇ ਕਾਰ ਨਾਲ ਉਸ ਨੂੰ ਗਾਉਂਦਾ ਹੈ, उसकी सिफत सलाह सुनता है, मन दे विच उसका प्रेम टिका लैंदा है, एक तो उस मान ते वडियाई प्राप्त करता है, भाव प्रभु नज़र दे विच उसकी नेड़ता बन जाती है, प्रभु की हजूरी नसीब होती है, संसारिक तल ते भी उन्होंने मान ते वडियाई मिलता है, वडियाई प्राप्त होती है, ते नाल उसके दुखों का अंत हो जाता है, ਤੇ ਆਤਮਿਕ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਦੋਵੇਂ ਚੀਜ਼ਾਂ ਗੁਰੂ ਸਾਹਿਬ ਨੇ ਇੰਟਰਲੇਟ ਕੀਤੀਆਂ। ਤੇ ਤੀਸਰਾ ਨੁਕਤਾ ਹੈ ਕਿ ਗੁਰੂ ਸਾਹਿਬ ਨੇ ਇਹ ਸੇਧ ਬਖਸ਼ਿਸ਼ ਕੀਤੀ ਕਿ ਉਹ ਜਿਹੜਾ ਪਰਮਾਤਮਾ ਹੈ, ਜਿਸ ਦੀ ਸਿਫਤ ਸਲਾਹ ਕੀਤਿਆਂ ਮਾਣ ਤੇ ਵਡਿਆਈ ਸਾਨੂੰ ਮਿਲਦੀ ਹੈ, ਸਾਡੇ ਦੁੱਖਾਂ ਦਾ ਅੰਤ ਹੋ ਜਾਂਦਾ ਹੈ, ਅਸੀਂ ਆਤਮਿਕ ਸੁੱਖ ਪ੍ਰਾਪਤ ਕਰਦੇ ਹਾਂ। ਜਿਹੜਾ ਪਰਮਾਤਮਾ ਥਾਪਿਆ ਨਹੀਂ ਜਾ ਸਕਦਾ, ਉਸ ਦੇ ਨਾਲ ਜੋੜਨ ਵਾਲਾ ਕੌਣ ਹੈ? ਸਾਨੂੰ ਗੁਰੂ ਹੈ। ਇਸ ਲਈ ਅੰਤਲੀਆਂ ਤੁਕਾਂ ਦੇ ਵਿੱਚ ਗੁਰੂ ਸਾਹਿਬ ਇਹ ਕਹਿੰਦੇ ਬਈ ਹੋਰ ਲੋਕੀ ਦੇਵੀ ਦੇਵਤਿਆਂ ਨੂੰ ਮੰਨਦੇ ਹੋਣਗੇ, ਉਹਨਾਂ ਦੇ ਲਈ ਹੋਣਗੇ, ਕੋਈ ਸ਼ਿਵ ਹੋਏਗਾ, ਕੋਈ ਵਿਸ਼ਨੂੰ ਹੋਏਗਾ, ਕੋਈ ਬ੍ਰਹਮਾ ਹੋਏਗਾ, ਕੋਈ ਪਾਰਵਤੀ ਮਾਈ ਮੰਨਦੇ ਹੋਣਗੇ, ਲੇਕਿਨ ਮੇਰੇ ਲਈ ਸਭ ਕੁਝ ਗੁਰੂ ਹੈ। ਇਸ ਲਈ ਫਿਰ ਗੁਰੂ ਸਾਹਿਬ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ, ਸੱਚੇ ਪਾਤਸ਼ਾਹ ਗੁਰਾ ਇੱਕ ਦੇ ਬੁਝਾਈ, ਇਹ ਸਮਝ ਬਖਸ਼, ਇਹ ਸੋਝੀ ਮੈਨੂੰ ਬਖਸ਼ ਕਿ ਉਹ ਪਰਮਾਤਮਾ ਜਿਹੜਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹਨੂੰ ਮੈਂ ਕਿਤੇ ਭੁਲਾ ਨਾ ਦਿਆਂ। ਇਹ ਤਿੰਨ ਨੁਕਤੇ ਨੇ ਜਿਨ੍ਹਾਂ ਦੀ ਵਿਚਾਰ ਅਸੀਂ ਖੋਲ੍ਹਣ ਦਾ ਯਤਨ ਕਰਾਂਗੇ। ਹੁਣ ਪਹਿਲਾ ਨੁਕਤਾ ਗੁਰੂ ਸਾਹਿਬ ਕਹਿੰਦੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਪਾਓ। ਇਹ ਦੂਜਾ ਨੁਕਤਾ ਹੈ। ਲੇਕਿਨ ਉਹ ਪਰਮਾਤਮਾ ਕਹਿੰਦੇ ਉਸ ਪਰਮਾਤਮਾ ਨੂੰ ਥਾਪਿਆ ਨਹੀਂ ਜਾ ਸਕਦਾ, ਉਹਨੂੰ ਬਣਾਇਆ ਨਹੀਂ ਜਾ ਸਕਦਾ, ਉਹਨੂੰ ਘੜਿਆ ਨਹੀਂ ਜਾ ਸਕਦਾ, ਉਹਨੂੰ ਕਿਸੇ ਮੂਰਤੀ ਦੇ ਰੂਪ ਦੇ ਵਿੱਚ ਕਿਸੇ ਥਾਂ 'ਤੇ ਬਣਾ ਕੇ ਸਥਾਪਿਤ ਨਹੀਂ ਕੀਤਾ ਜਾ ਸਕਦਾ। ਲੋਕ ਕੀ ਕਰਦੇ ਹੈ ਕਿ ਕੋਈ ਲੱਕੜਹਾਰਾ ਹੋਵੇ, ਉਹ ਕੋਈ ਲੱਕੜ ਦੀ ਮੂਰਤੀ ਬਣਾ ਲਵੇ, ਉਸਦੇ ਨੈਣ ਨਕਸ਼ ਘੜ ਲਵੇ, ਉਸਦਾ ਨੱਕ ਬਣਾ ਲਵੇ, ਉਸਦੀਆਂ ਅੱਖਾਂ 'ਤੇ ਕੰਨ ਬਣਾ ਲਵੇ, ਉਸਦੇ ਬਾਹਾਂ ਬਣਾ ਲਵੇ, ਲੱਤਾਂ ਬਣਾ ਲਵੇ, ਉਸਦਾ ਮੱਥਾ ਘੜ ਲਵੇ, ਉਸਦਾ ਫੇਸ ਘੜ ਲਵੇ, ਜਾਂ ਕੋਈ ਪੱਥਰਹਾਰਾ ਮੂਰਤੀ, ਪੱਥਰ ਦੀ ਮੂਰਤੀ ਘੜਨ ਵਾਲਾ ਛੈਣੀ ਹਥੋੜੇ ਦੇ ਨਾਲ ਉਹ ਮੂਰਤੀ ਘੜ ਲਵੇ ਅਤੇ ਉਹਨੂੰ ਕਿਸੇ ਥਾਂ 'ਤੇ ਸਥਾਪਨ ਕਰ ਦਈਏ, ਉਹਨੂੰ ਬਹੁਤ ਵਧੀਆ ਪੇਂਟ ਕਰ ਦਈਏ, ਕੋਈ ਸੰਗਮਰਮਰ ਦੀ ਮੂਰਤੀ ਬਣਾ ਦੇ ਦਈਏ, ਮਾਰਬਲ ਦੀ ਮੂਰਤੀ ਬਣਾ ਦਈਏ, ਕਿਸੇ ਪੱਥਰ ਦੀ ਮੂਰਤੀ ਬਣਾ ਲਈਏ ਅਤੇ ਉਹਨੂੰ ਕਿਸੇ ਥਾਂ ਸਥਾਪਨ ਕਰ ਦਈਏ, ਕਹੀਏ ਨਹੀਂ ਇਹ ਭਗਵਾਨ ਹੋ ਗਿਆ। ਗੁਰੂ ਸਾਹਿਬ ਕਹਿੰਦੇ ਨਹੀਂ, ਉਹ ਤਾਂ ਸਾਨੂੰ ਘੜਨ ਵਾਲਾ ਹੈ, ਉਹ ਤਾਂ ਸਾਨੂੰ ਬਣਾਉਣ ਵਾਲਾ ਹੈ। ਕਿਸੇ ਮੂਰਤੀ ਦੇ ਰੂਪ ਦੇ ਵਿੱਚ ਉਹਨੂੰ ਸਥਾਪਨ ਨਹੀਂ ਕੀਤਾ ਜਾ ਸਕਦਾ, ਉਹਨੂੰ ਘੜਿਆ ਨਹੀਂ ਜਾ ਸਕਦਾ, ਉਹ ਤਾਂ ਨਿਰਾਕਾਰ ਹੈ। ਜਿਵੇਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਗੋੜੀ 52 ਅੱਖਰੀ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ, ਨਿਰੰਕਾਰ ਆਕਾਰ ਆਪ, ਨਿਰਗੁਣ ਸਰਗੁਣ ਏਕ, ਏਕੈ ਏਕ ਬਖਾਨਨੋ ਨਾਨਕ ਏਕ ਅਨੇਕ। ਕਹਿੰਦੇ ਉਹ ਨਿਰਾਕਾਰ ਪਰਮਾਤਮਾ ਹੈ, ਜਿਸ ਦਾ ਕੋਈ ਰੂਪ ਨਹੀਂ ਹੈ, ਜਿਹਨੂੰ ਮੂੰਹ ਘੜਿਆ ਨਹੀਂ ਜਾ ਸਕਦਾ, ਬਣਾਇਆ ਨਹੀਂ ਜਾ ਸਕਦਾ, ਜੋ ਮਾਂ ਦੇ ਗਰਭ ਦੇ ਵਿੱਚ ਨਿਮਦਾ ਨਹੀਂ ਹੈ, ਕਿਸੇ ਥਾਂ 'ਤੇ ਸਥਾਪਨ ਨਹੀਂ ਕੀਤਾ ਜਾ ਸਕਦਾ। ਕਹਿੰਦੇ ਉਹੀ ਆਕਾਰ ਸਿਰਜਦਾ ਹੈ, ਉਸ ਨਿਰਾਕਾਰ ਤੋਂ ਹੀ ਆਕਾਰ ਸਿਰਜੇ ਜਾਂਦੇ ਹੈ। ਨਿਰੰਕਾਰ ਆਕਾਰ ਆਪ, ਨਿਰਗੁਣ ਸਰਗੁਣ ਏਕ। ਕਹਿੰਦੇ ਉਹ ਪਰਮਾਤਮਾ ਹੀ ਜਿਹੜਾ ਹੈ ਇਹ ਸਾਰਾ ਸੰਸਾਰ ਜੋ ਸਾਨੂੰ ਦਿਸ ਰਿਹਾ ਹੈ ਉਸ ਦਾ ਹੀ ਸਰਗੁਣ ਸਰੂਪ ਹੈ, ਲੇਕਿਨ ਹੈ ਉਹ ਆਪ ਨਿਰਾਕਾਰ। ਏਕੈ ਏਕ ਬਖਾਨਨੋ ਨਾਨਕ ਏਕ ਅਨੇਕ। ਕਹਿੰਦੇ ਉਹ ਇੱਕ ਤੋਂ ਅਨੇਕਾਂ ਹੀ ਆਕਾਰ ਸਿਰਜ ਦਿੰਦਾ ਹੈ, ਲੇਕਿਨ ਇਹ ਕਿਹਾ ਜਾ ਸਕਦਾ ਹੈ ਕਿ ਸਾਰੇ ਆਕਾਰ ਉਸ ਇੱਕ ਦਾ ਹੀ ਰੂਪ ਨੇ। ਇਸੇ ਸ਼ਲੋਕ ਤੋਂ ਬਾਅਦ ਗੁਰੂ ਸਾਹਿਬ ਪੌੜੀ ਵਿੱਚ ਵੀ ਜ਼ਿਕਰ ਕਰਦੇ ਹੈ, ਓੰ ਗੁਰਮੁਖ ਕੀਓ ਆਕਾਰਾ, ਏਕੈ ਸੂਤ ਪਰੋਵਨ ਹਾਰਾ, ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰ, ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ। ਕਹਿੰਦੇ ਓੰ ਗੁਰਮੁਖ ਕੀਓ ਆਕਾਰਾ, ਮਨੁੱਖਾਂ ਨੂੰ ਗੁਰਮੁਖ ਬਣਾਉਣ ਦੇ ਲਈ ਉਸਨੇ ਆਕਾਰ ਸਿਰਜਿਆ, ਭਾਵ ਇਹ ਸ੍ਰਿਸ਼ਟੀ ਬਣਾਈ ਹੈ ਕਿ ਅਸੀਂ ਇੱਥੇ ਸੰਸਾਰ ਦੇ ਵਿੱਚ ਆ ਕੇ ਗੁਰੂ ਦੀ ਸ਼ਰਨ ਦੇ ਵਿੱਚ ਰਹਿ ਕੇ, ਗੁਰੂ ਦੀ ਮਹਿਮਾ ਨਾਲ ਨਾਲ ਚੱਲ ਰਹੀ ਹੈ, ਗੁਰੂ ਦੀ ਸ਼ਰਨ ਦੇ ਵਿੱਚ ਰਹਿ ਕੇ ਗੁਰੂ ਦੇ ਸਨਮੁਖ ਹੋ ਕੇ ਅਸੀਂ ਗੁਰਮੁਖ ਬਣ ਜਾਈਏ, ਧਰਮੀ ਬਣ ਜਾਈਏ, ਸਚਿਆਰ ਬਣ ਜਾਈਏ, ਸਾਡੇ ਅੰਦਰੋਂ ਕੂੜ ਦੀ ਪਾਲ ਟੁੱਟ ਜਾਏ। ਓੰ ਗੁਰਮੁਖ ਕੀਓ ਆਕਾਰਾ। ਕਹਿੰਦੇ ਉਸਨੇ ਆਕਾਰ ਸਿਰਜਿਆ, ਏਕੈ ਸੂਤ ਪਰੋਵਨ ਹਾਰਾ, ਹੁਕਮ ਰੂਪੀ ਸੂਤਰ ਦੇ ਵਿੱਚ ਸਾਰਿਆਂ ਨੂੰ ਪਰੋਇਆ ਹੋਇਆ। ਭਿੰਨ ਭਿੰਨ ਤ੍ਰੈ ਗੁਣ ਵਿਸਥਾਰਨ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਹ ਮਾਇਆ ਦੇ 3 ਗੁਣਾਂ ਦਾ ਵਿਸਥਾਰ ਉਹਨੇ ਕਰ ਦਿੱਤਾ, ਲੇਕਿਨ ਆਪ ਇਹਨਾਂ ਮਾਇਆ ਤੋਂ ਦੇ 3 ਗੁਣਾਂ ਤੋਂ ਉਪਰਾਮ ਹੈ, ਲੇਕਿਨ
ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ। ਕਹਿੰਦੇ ਆਪਣੇ ਇਸ ਨਿਰਗੁਣ ਸਰੂਪ ਤੂੰ ਜੋ ਮਾਇਆ ਰਹਿਤ ਹੈ, ਇਹਨਾਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਉਪਰਾਮ ਹੈ, ਉਹ ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਵੀ ਸਮਾਇਆ ਹੋਇਆ। ਇਹ ਸਾਰਾ ਆਕਾਰ ਜੋ ਸਿਰਜਿਆ ਹੈ ਇਹ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਹੈ, ਲੇਕਿਨ ਆਪ ਉਹ ਨਿਰਲੇਪ ਹੈ। ਪਿੰਨ ਪਿੰਨ ਤ੍ਰੈ ਗੁਣ ਵਿਸਥਾਰੰ, ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ। ਕਹਿੰਦੇ ਇਹ ਸਮਝਣ ਵਾਲੀ ਗੱਲ ਹੈ ਕਿ ਉਹ ਨਿਰਾਕਾਰ ਹੈ, ਲੇਕਿਨ ਉਸ ਇੱਕ ਤੋਂ ਹੀ ਆਕਾਰ ਸਾਰੇ ਸਿਰਜੇ ਗਏ। ਉਹ ਆਪ ਅਦ੍ਰਿਸ਼ਟ ਹੈ ਤੇ ਉਸ ਅਦ੍ਰਿਸ਼ਟ ਨੇ ਹੀ ਦ੍ਰਿਸ਼ਟਾਮਾਨ ਸੰਸਾਰ ਬਣਾਇਆ ਹੈ। ਅਸੀਂ ਕਈ ਵਾਰੀ ਇੱਥੇ ਭੁੱਲ ਜਾਂਦੇ ਹਾਂ, ਕਿਉਂਕਿ ਸਾਨੂੰ ਉਹ ਅਦ੍ਰਿਸ਼ਟ ਨਜ਼ਰ ਨਹੀਂ ਆਉਂਦਾ। ਅਸੀਂ ਦ੍ਰਿਸ਼ਟਾਮਾਨ ਤੋਂ ਪ੍ਰਭਾਵਿਤ ਹੁੰਦੇ ਹਾਂ। ਜੋ ਚੀਜ਼ ਨਜ਼ਰ ਆ ਰਹੀ ਹੈ, ਤੁਸੀਂ ਮੈਨੂੰ ਵੇਖ ਰਹੇ ਹੋ, ਮੈਂ ਤੁਹਾਨੂੰ ਵੇਖ ਰਿਹਾ, ਤੁਹਾਡਾ ਚਿਹਰਾ ਵੇਖ ਰਿਹਾ, ਤੁਸੀਂ ਮੇਰਾ ਚਿਹਰਾ ਵੇਖ ਰਹੇ ਹੋ, ਮੇਰੇ ਕੱਪੜੇ ਵੇਖ ਰਹੇ ਹੋ, ਮੈਂ ਤੁਹਾਡੇ ਵੇਖ ਰਿਹਾ, ਇਹ ਦੁਨੀਆ ਦਾ ਆਕਾਰ ਵੇਖ ਰਹੇ ਹਾਂ ਅਸੀਂ, ਮਕਾਨ, ਗੱਡੀਆਂ, ਕਾਰਾਂ, ਇਹ ਸਭ ਕੁਝ ਚਲਾਏਮਾਨ ਜੋ ਹੈ ਸੰਸਾਰ ਦੇ ਅੰਦਰ, ਲੇਕਿਨ ਦ੍ਰਿਸ਼ਟਾਮਾਨ ਹੈ, ਨਜ਼ਰ ਆ ਰਿਹਾ, ਤੇ ਇਸ ਤੋਂ ਆਪਾਂ ਪ੍ਰਭਾਵਿਤ ਹੋ ਜਾਂਦੇ ਹਾਂ। ਲੇਕਿਨ ਜੋ ਚੀਜ਼ ਅਦ੍ਰਿਸ਼ਟ ਹੈ, ਜੋ ਨਜ਼ਰ ਨਹੀਂ ਆਉਂਦੀ, ਉਸ ਦਾ ਭੁਲੇਖਾ ਸਾਨੂੰ ਕਈ ਵਾਰ ਪੈ ਜਾਂਦਾ ਕਿ ਹੈ ਨਹੀਂ ਹੈ, ਕਿਉਂਕਿ ਪਰਮਾਤਮਾ ਨਜ਼ਰ ਨਹੀਂ ਆਉਂਦਾ। ਇਸ ਲਈ ਅਸੀਂ ਕਹਿੰਦੇ ਹਾਂ ਦੱਸੋ ਕਿੱਥੇ ਹੈ। ਤੇ ਗੁਰੂ ਸਾਹਿਬ ਕਹਿੰਦੇ ਹੈ ਕਿ ਬਈ ਉਹ ਨਿਰਾਕਾਰ ਹੈ, ਉਹ ਅਦ੍ਰਿਸ਼ਟ ਹੈ, ਲੇਕਿਨ ਇਹ ਸਮਝਣ ਵਾਲੀ ਗੱਲ ਹੈ ਕਿ ਉਸ ਅਦ੍ਰਿਸ਼ਟ ਨੇ ਹੀ ਇਹ ਸਾਰਾ ਦ੍ਰਿਸ਼ਟਾਮਾਨ ਸੰਸਾਰ ਬਣਾਇਆ ਤੇ ਇਹ ਚੱਲ ਰਿਹਾ, ਇਹ ਸਾਰੀ ਉਸ ਦੀ ਹੀ ਕਾਰ ਹੈ। ਗੁਰੂ ਸਾਹਿਬ ਇਹ ਸਾਨੂੰ ਸੇਧ ਬਖਸ਼ਿਸ਼ ਕਰਦੇ। ਅਸੀਂ ਇਸ ਨੂੰ ਸਮਝਣ ਦੇ ਲਈ ਹੋਰ ਥੋੜ੍ਹਾ ਆਪਣੇ ਸਮਾਜ ਦੀ ਗੱਲ ਕਰੀਏ। ਅਸੀਂ ਦੇਖਦੇ ਹਾਂ, ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਮੂਰਤੀਆਂ ਬਣਾਈਆਂ ਹੋਈਆਂ, ਉਹਨਾਂ ਨੂੰ ਲੱਕੜ ਦੀਆਂ ਮੂਰਤੀਆਂ, ਪਲਾਸਟਿਕ ਦੀਆਂ ਮੂਰਤੀਆਂ, ਸ਼ੀਸ਼ੇ ਦੀਆਂ ਮੂਰਤੀਆਂ, ਪੱਥਰ ਦੀਆਂ ਮੂਰਤੀਆਂ, ਮਿੱਟੀ ਦੀਆਂ ਮੂਰਤੀਆਂ, ਗੁਰੂ ਨਾਨਕ ਪਾਤਸ਼ਾਹ ਦੀ ਛੋਟੀਆਂ ਛੋਟੀਆਂ ਮੂਰਤੀਆਂ ਜਾਂ ਵੱਡੀਆਂ ਵੱਡੀਆਂ ਵੀ ਬਣਾਈਆਂ ਹੋਈਆਂ। ਸਿਟੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ, ਤੁਸੀਂ ਵੇਖਿਆ ਹੋਣਾ, ਉੱਥੇ ਬਾਹਰ ਗੁਰੂ ਨਾਨਕ ਦੀ ਬੜੀ ਪੁਰਾਣੀ ਮੂਰਤੀ ਕਿਸੇ ਨੇ ਘੜ ਕੇ ਬਣਾਈ ਹੋਈ, ਤੇ ਬਾਹਰ ਲੋਕੀ ਪਹਿਲਾਂ ਉਹਨੂੰ ਮੱਥਾ ਟੇਕਦੇ ਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੱਥਾ ਟੇਕਣ ਵਾਸਤੇ ਜਾਂਦੇ ਆ। ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਕੀ ਕਹਿੰਦੇ ਆ? ਭੱਟ ਮਥੁਰਾ ਜੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਹ ਤਾਂ ਨਿਰੰਕਾਰ ਸਰੂਪ ਨੇ। ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਆ ਗੁਰੂ ਨਾਨਕ ਆਮਦ ਨਾਰਾਇਣ ਸਰੂਪ ਹੈ, ਉਹ ਤਾਂ ਨਾਰਾਇਣ ਸਰੂਪ ਹੈ। ਅੱਜ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੀਦਾਰ ਕਰਨੇ ਹੋਣ ਤੇ ਅਸੀਂ ਕਿੱਥੋਂ ਕਰਾਂਗੇ? ਕਿਉਂਕਿ ਸਾਨੂੰ ਤਾਂ ਨਜ਼ਰ ਨਹੀਂ ਆ ਰਹੇ। ਗੁਰੂ ਸਾਹਿਬ ਦੀ ਬਾਣੀ ਤੋਂ ਉਹਨਾਂ ਦੇ ਦੀਦਾਰ ਕਰਨੇ ਸੀ, ਲੇਕਿਨ ਬਾਣੀ ਨੂੰ ਪੜ੍ਹਨਾ ਨਾ ਪਵੇ, ਸਮਝਣਾ ਨਾ ਪਵੇ, ਵਿਚਾਰ ਸਹਿਤ ਆਪਣੇ ਜੀਵਨ ਦੇ ਵਿੱਚ ਪੜ੍ਹ ਕੇ ਅਪਣਾਉਣਾ ਨਾ ਪਵੇ, ਕਿਉਂਕਿ ਔਖਾ ਲੱਗਦਾ। ਅਸੀਂ ਮੂਰਤੀਆਂ ਦੇ ਚੱਕਰ ਵਿੱਚ ਪੈ ਗਏ। ਕਈਆਂ ਨੇ ਛੋਟੀ ਛੋਟੀਆਂ ਮੂਰਤੀਆਂ ਬਣਾ ਕੇ ਨੈਕਲਸ ਬਣਾਇਆ, ਗਲ ਦੇ ਵਿੱਚ ਪਾਈ ਹੋਈ ਮੂਰਤੀ। ਗੱਡੀਆਂ ਦੇ ਵਿੱਚ ਅਸੀਂ ਮੂਰਤੀਆਂ ਸਥਾਪਿਤ ਕੀਤੀਆਂ ਹੋਈਆਂ, ਕੀਤੀਆਂ ਕਿ ਨਹੀਂ? ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਲੱਕੜ ਦੀਆਂ, ਪਲਾਸਟਿਕ ਦੀਆਂ, ਸ਼ੀਸ਼ੇ ਦੀਆਂ ਮੂਰਤੀਆਂ ਬਣਾ ਕੇ ਅਸੀਂ ਗੱਡੀਆਂ ਦੇ ਵਿੱਚ ਲਗਾਈਆਂ ਹੋਈਆਂ। ਅਸੀਂ ਉਹਨਾਂ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਇਹ ਕੈਲੰਡਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਉਹਨਾਂ ਦੀ ਤਸਵੀਰ ਬਣਾ ਦਿੱਤੀ ਤੇ ਉਹਨਾਂ ਨੂੰ ਘਰਾਂ ਦੇ ਵਿੱਚ ਲਗਾਇਆ ਹੋਇਆ। ਅਕਸਰ ਦੁਕਾਨਦਾਰ ਤੁਸੀਂ ਦੇਖੋ, ਉਹਨਾਂ ਨੇ ਮੂਰਤੀਆਂ ਰੱਖੀਆਂ ਹੋਈਆਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ, ਤੇ ਜਦੋਂ ਦੁਕਾਨ ਖੋਲ੍ਹਦੇ ਆ ਤੇ ਜਿਵੇਂ ਉਹ ਦੂਜੇ ਲੋਕ ਆਪਣੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਆ, ਧੂਪ ਬੱਤੀ ਕਰਦੇ ਆ, ਉਹਨਾਂ ਦੇ ਅੱਗੇ ਲਾਈਟ ਜਗਾਉਂਦੇ ਆ, ਅਸੀਂ ਵੀ ਉਸ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਗੁਰੂ ਨਾਨਕ ਨੂੰ ਜੋਤ ਸਰੂਪ ਦੇ ਵਿੱਚ ਅਸੀਂ ਵੇਖਿਆ ਨਹੀਂ, ਬਾਣੀ ਰਾਹੀਂ ਉਹਨਾਂ ਦੇ ਦੀਦਾਰ ਨਹੀਂ ਕੀਤੇ ਹੈ। ਹੁਣ ਇਸ ਦੀ ਇੱਕ ਬੜੀ ਸੁੰਦਰ ਮਿਸਾਲ ਸਾਨੂੰ ਮਿਲਦੀ ਹੈ। ਭਾਈ ਮਰਦਾਨਾ ਜੀ, ਜਦੋਂ ਉਹਨਾਂ ਦਾ ਅੰਤ ਸਮਾਂ ਆਉਂਦਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥਾਂ ਦੇ ਵਿੱਚ ਉਹਨਾਂ ਦਾ ਸਿਰ ਹੈ, ਤੇ ਕਹਿਣ ਲੱਗੇ ਭਾਈ ਮਰਦਾਨਿਆ ਦੱਸ, ਤੇਰੀ ਕੋਈ ਮੜੀ ਬਣਾ ਦਿਆਂ, ਤੇਰੀ ਕੋਈ ਮੂਰਤ ਬਣਾ ਦਿਆਂ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ, ਇਹ ਸਰੀਰ ਰੂਪੀ ਮੜੀ ਦੇ ਵਿੱਚੋਂ ਬਾਹਰ ਕੱਢ ਕੇ ਹੁਣ ਪੱਥਰ ਦੀ ਮੂਰਤੀ ਦੇ ਵਿੱਚ ਪਾਉਣ ਲੱਗਾ, ਹੁਣ ਪੱਥਰ ਦੀ ਮੂਰਤ ਘੜਨ ਲੱਗਾ। ਭਾਵੇਂ ਸੀ ਕਿ ਇਸ ਸਰੀਰ ਰੂਪੀ ਮੜੀ ਦੇ ਵਿੱਚੋਂ ਤੂੰ ਮੈਨੂੰ ਬਾਹਰ ਕੱਢ ਦਿੱਤਾ, ਜਿਵੇਂ ਤੂੰ ਜੋਤ ਸਰੂਪ ਹੈ ਇਸੇ ਤਰ੍ਹਾਂ ਮੇਰਾ ਵੀ ਜੀਵਨ ਬਣਾ ਦਿੱਤਾ। ਮੈਨੂੰ ਉਸ ਜੋਤ ਸਰੂਪ, ਨਿਰੰਕਾਰ ਸਰੂਪ, ਪਰਮ ਜੋਤ ਦੇ ਨਾਲ ਤੂੰ ਜੋੜ ਦਿੱਤਾ, ਇਸ ਸਰੀਰ ਮੜੀ ਦੇ ਵਿੱਚੋਂ ਬਾਹਰ ਕੱਢ ਦਿੱਤਾ। ਲੇਕਿਨ ਅੱਜ ਤੂੰ ਮੜੀਆਂ ਦੀ ਗੱਲਾਂ ਕਰਦਾ, ਅੱਜ ਮੈਨੂੰ ਮੇਰੀ ਮੂਰਤੀ ਬਣਾਉਣ ਦੀ ਕੋਸ਼ਿਸ਼ ਕਰਦਾ। ਕਹਿਣ ਲੱਗੇ ਕਿ ਨਹੀਂ, ਇਹ ਕਿਰਪਾ ਤੂੰ ਕੀਤੀ, ਮੈਨੂੰ ਸਰੀਰ ਮੜੀ ਦੇ ਵਿੱਚੋਂ ਕੱਢ ਦਿੱਤਾ। ਤੇ ਅਸੀਂ ਕੀ ਕੀਤਾ? ਕੋਈ ਮੂਰਤੀ ਨਹੀਂ ਬਣਾਈ ਗੁਰੂ ਨਾਨਕ ਪਾਤਸ਼ਾਹ ਜੀ ਨੇ, ਕੋਈ ਮੜੀ ਨਹੀਂ ਬਣਾਈ ਭਾਈ ਮਰਦਾਨਾ ਜੀ ਦੀ। ਅਸੀਂ ਗੁਰੂ ਨਾਨਕ ਦੀ ਹੀ ਮੂਰਤੀ ਬਣਾਉਣੀ ਸ਼ੁਰੂ ਕਰਤੀ, ਅਸੀਂ ਗੁਰੂ ਨਾਨਕ ਦੀ ਹੀ ਮੜੀ ਬਣਾਉਣੀ ਸ਼ੁਰੂ ਕਰ ਦਿੱਤੀ। ਛੋਟੀਆਂ ਛੋਟੀਆਂ ਮੂਰਤੀਆਂ ਬਣਾ ਕੇ ਘਰਾਂ ਵਿੱਚ ਰੱਖੀਆਂ, ਗੱਡੀਆਂ ਵਿੱਚ ਰੱਖੀਆਂ, ਦੁਕਾਨਾਂ ਵਿੱਚ ਰੱਖੀਆਂ, ਕਿਉਂਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਦੀਦਾਰ, ਗੁਰੂ ਸਾਹਿਬ ਕਹਿੰਦੇ ਗੁਰ ਸ਼ਬਦ ਗੁਰ ਮੂਰਤ ਹੈ। ਗੁਰ ਸ਼ਬਦ, ਭਾਈ ਗੁਰਦਾਸ ਜੀ, ਗੁਰ ਸ਼ਬਦ ਗੁਰ ਮੂਰਤ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ।
ਗੁਰ ਕੈ ਸ਼ਬਦ ਮੰਤਰ ਮਨ ਮਾਨ। ਗੁਰੂ ਸਾਹਿਬ ਕਹਿੰਦੇ ਆ ਬਈ ਗੁਰੂ ਦੇ ਸ਼ਬਦ ਰਾਹੀਂ ਇਹ ਜਿਹੜਾ ਮੰਤਰ ਉਪਦੇਸ਼ ਹੈ ਗੁਰੂ ਦਾ, ਇਹ ਮੇਰੇ ਮਨ ਦੇ ਵਿੱਚ ਟਿਕ ਗਿਆ ਹੈ। ਭਾਵ ਇਹ ਜਿਹੜੀ ਗੁਰੂ ਦੀ ਮੂਰਤੀ ਹੈ, ਸ਼ਬਦ ਹੀ ਹੈ ਮੇਰੇ ਲਈ, ਤੇ ਇਹ ਸ਼ਬਦ ਮੇਰੇ ਮਨ ਵਿੱਚ ਵਸ ਗਿਆ। ਅਸੀਂ ਮੂਰਤੀਆਂ ਬਣਾਉਣਾ ਸ਼ੁਰੂ ਕਰਤੀਆਂ। ਬਸ ਇਸੇ ਤਰ੍ਹਾਂ ਹੀ ਉਹ ਅਕਾਲ ਪੁਰਖ ਵਾਹਿਗੁਰੂ ਜੋ ਅਦ੍ਰਿਸ਼ਟ ਹੈ ਉਹ ਸਾਨੂੰ ਨਜ਼ਰ ਨਹੀਂ ਆਉਂਦਾ। ਅਸੀਂ ਦੇਖਦੇ ਹਾਂ ਸੰਸਾਰ ਦੇ ਅੰਦਰ ਵਿਚਰਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੀ ਐਗਜ਼ਿਸਟੈਂਸ ਹੈ ਪਰ ਸਾਨੂੰ ਨਜ਼ਰ ਨਹੀਂ ਆਉਂਦੀਆਂ। ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਧਰਤੀ ਸੂਰਜ ਦੇ ਦੁਆਲੇ ਚੱਕਰ ਕੱਟਦੀ ਹੈ, ਲੇਕਿਨ ਅਸੀਂ ਤਾਂ ਸਾਡੇ ਮਕਾਨ ਤਾਂ ਇੱਥੇ ਹੀ ਨੇ। ਇਹ ਧਰਤੀ ਸਾਨੂੰ ਕਿਹੜੀ ਨਜ਼ਰ ਆਉਂਦੀ ਚੱਕਰ ਕੱਟਦੇ ਆ? ਨਹੀਂ ਨਾ ਨਜ਼ਰ ਆਉਂਦੀ। ਲੇਕਿਨ ਅਸੀਂ ਕਹਿੰਦੇ ਹਾਂ ਕਿ ਧਰਤੀ ਸੂਰਜ ਦੁਆਲੇ ਘੁੰਮ ਰਹੀ ਹੈ। ਬਹੁਤ ਸਾਰੇ ਗ੍ਰਹਿ ਐਸੇ ਨੇ ਜਿਹੜੇ ਆਪਣੇ ਧੁਰੇ ਦੁਆਲੇ ਘੁੰਮਦੇ ਆ, ਆਪਣੇ ਧੁਰੇ ਦੁਆਲੇ ਘੁੰਮਦੇ। ਚੰਦ ਧਰਤੀ ਦੁਆਲੇ ਘੁੰਮਦਾ, ਸੂਰਜ ਆਪਣੇ ਧੁਰੇ ਦੁਆਲੇ ਘੁੰਮੀ ਜਾ ਰਿਹਾ ਹੈ। ਗ੍ਰਹਿ ਇੱਕ ਦੂਜੇ ਦੇ ਦੁਆਲੇ ਜਾਂ ਆਪਣੇ ਧੁਰੇ ਦੁਆਲੇ ਘੁੰਮੀ ਜਾ ਰਹੇ, ਸਾਨੂੰ ਨਜ਼ਰ ਨਹੀਂ ਆਉਂਦੇ। ਇਹ ਮੌਸਮ ਬਣਦੇ ਆ, ਰੁੱਤਾਂ ਬਣਦੀਆਂ, ਦਿਨ ਰਾਤ ਬਣਦੇ ਉਸੇ ਗਰਦਿਸ਼ ਦੀ ਵਜ੍ਹਾ ਦੇ ਨਾਲ ਹੈ, ਲੇਕਿਨ ਉਹ ਗਰਦਿਸ਼ ਸਾਨੂੰ ਨਜ਼ਰ ਨਹੀਂ ਆਉਂਦੀ ਹੈ, ਸਾਨੂੰ ਨਜ਼ਰ ਨਹੀਂ ਆਉਂਦੀ। ਆਪਾਂ ਦੇਖਦੇ ਹਾਂ ਪਾਣੀ ਹੈ ਨਾ, ਪਾਣੀ ਦੇ ਵਿੱਚ ਪ੍ਰੈਸ਼ਰ ਹੈ ਲੇਕਿਨ ਸਾਨੂੰ ਨਜ਼ਰ ਨਹੀਂ ਆਉਂਦਾ। ਕਈ ਵਾਰੀ ਤੁਸੀਂ ਸਵਿਮਿੰਗ ਕਰਦੇ ਆ ਵੇਖਿਆ ਹੋਣਾ, ਉੱਪਰੋਂ ਡਾਈਵ ਲਗਾਉਂਦੇ ਆ ਸਵਿਮਰ ਅਤੇ ਥੱਲੇ ਜਾਂਦੇ ਆ ਅਤੇ ਇੱਕਦਮ ਪਾਣੀ ਪ੍ਰੈਸ਼ਰ ਦੇ ਨਾਲ ਪਹਿਲੇ ਉਹਨਾਂ ਨੂੰ ਬਾਹਰ ਸੁੱਟਦਾ। ਅਸੀਂ ਥੱਲੇ ਡਾਈਵ ਲਗਾਉਂਦੇ ਹਾਂ, ਥੱਲੇ ਜਾਓਗੇ ਤੁਸੀਂ, ਲੇਕਿਨ ਇੱਕਦਮ ਪਾਣੀ ਦੇ ਪ੍ਰੈਸ਼ਰ ਦੇ ਨਾਲ ਬੰਦਾ ਬਾਹਰ ਆ ਜਾਂਦਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਜਹਾਜ਼ ਚੱਲਦੇ ਆ, ਸ਼ਿਪ ਚੱਲਦੇ ਜਹਾਜ਼, ਪਾਣੀ ਦੇ ਵਿੱਚ ਪ੍ਰੈਸ਼ਰ ਹੈ, ਭਾਵੇਂ ਉਹਨਾਂ ਦੇ ਵਿੱਚ ਉਹ ਇਲੈਕਟ੍ਰੋਨਿਕ ਸਿਸਟਮ ਲੱਗਾ ਹੋਇਆ, ਮਸ਼ੀਨ ਹੈ ਜਿਸ ਦੀ ਗਰਦਿਸ਼ ਦੇ ਨਾਲ ਉਹ ਚੱਲ ਰਿਹਾ, ਲੇਕਿਨ ਪਾਣੀ ਦਾ ਪ੍ਰੈਸ਼ਰ ਹੈ। ਹਵਾਈ ਜਹਾਜ਼ ਹਵਾ ਦੇ ਵਿੱਚ ਉੱਡਦੇ ਆ, ਹਵਾ ਦੇ ਵਿੱਚ ਪ੍ਰੈਸ਼ਰ ਹੈ, ਸਾਨੂੰ ਨਜ਼ਰ ਨਹੀਂ ਆਉਂਦਾ। ਨਿਊਟਨ ਦਾ ਲਾਅ ਆਪਾਂ ਦੇਖਦੇ ਹਾਂ, ਅਸੀਂ ਕੋਈ ਚੀਜ਼ ਉੱਪਰ ਸੁੱਟਦੇ ਹਾਂ ਉਹ ਵਾਪਸ ਆਉਂਦੀ ਹੈ। ਸਾਰੇ ਮੰਨਦੇ ਹਾਂ ਅਸੀਂ ਇਸ ਲਾਅ ਨੂੰ, ਉਸ ਗਰਦਿਸ਼ ਨੂੰ, ਉਸ ਨੂੰ ਅਸੀਂ ਵੇਖ ਨਹੀਂ ਸਕਦੇ, ਉਹਨੂੰ ਮਹਿਸੂਸ ਕੀਤਾ ਜਾ ਸਕਦਾ। ਸਾਨੂੰ ਸਿਰ ਦਰਦ ਹੁੰਦੀ ਨਾ, ਕਈ ਵਾਰੀ ਸਿਰ ਪੀੜ ਹੁੰਦੀ, ਅਸੀਂ ਡਾਕਟਰ ਕੋਲ ਜਾਂਦੇ ਹਾਂ, ਸਿਰ ਪੀੜ ਨਜ਼ਰ ਨਹੀਂ ਆਉਂਦੀ ਹੈ ਲੇਕਿਨ ਉਹ ਦਰਦ ਹੁੰਦਾ ਰਹਿੰਦਾ, ਅਸੀਂ ਅਨੁਭਵ ਕਰਦੇ ਹਾਂ, ਉਸ ਨੂੰ ਮਹਿਸੂਸ ਕਰਦੇ ਹਾਂ। ਡਾਕਟਰ ਕਹਿੰਦਾ ਬਈ ਇਸ ਕਾਰਨ ਤੇਰੇ ਸਿਰ ਦੇ ਵਿੱਚ ਪੀੜ ਹੋ ਰਹੀ ਹੈ, ਹੋ ਰਹੀ ਹੈ ਕਿ ਨਹੀਂ। ਹੁਣ ਇਹ ਚੀਜ਼ਾਂ ਇਹਨਾਂ ਦੇ ਐਗਜ਼ਿਸਟੈਂਸ ਹੈ। ਇਹ ਬਲਬ ਤੁਸੀਂ ਜਗਾਏ ਹੋਏ, ਹੁਣ ਬਲਬ ਜੇ ਪਿੱਛੋਂ ਅਸੀਂ ਤਾਰਾਂ ਜੋੜਦੇ ਹਾਂ, ਸਵਿਚ ਆਨ ਕਰਦੇ ਹਾਂ, ਕਰੰਟ ਲੱਗਦਾ ਅਤੇ ਬਲਬ ਜਗਦਾ। ਜੇ ਅਸੀਂ ਸਵਿਚ ਆਫ ਕਰ ਦਈਏ, ਤਾਰਾਂ ਪਿੱਛੋਂ ਟੁੱਟ ਜਾਣ ਅਤੇ ਇਹ ਬਲਬ ਜਗ ਨਹੀਂ ਸਕਦਾ। ਹੀਟਰ ਘਰ ਦੇ ਵਿੱਚ ਜਗ ਨਹੀਂ ਸਕਦਾ। ਕਿਤਨੇ ਇਲੈਕਟ੍ਰੋਨਿਕ ਗੈਜਟਸ ਨੇ ਸਾਡੇ, ਟੀਵੀ ਹੈ, ਫਰਿੱਜ ਹੈ, ਕੂਲਰ ਹੈ, ਇਹ ਉਸ ਕਰੰਟ ਦੀ ਵਜ੍ਹਾ ਦੇ ਨਾਲ ਚੱਲ ਰਹੇ ਜੋ ਪਿੱਛੋਂ ਇਹਨਾਂ ਨੂੰ ਮਿਲ ਰਿਹਾ ਹੈ। ਕਰੰਟ ਸਾਨੂੰ ਨਜ਼ਰ ਨਹੀਂ ਆਉਂਦਾ ਲੇਕਿਨ ਉਹ ਤਾਰ ਅਸੀਂ ਆਪਣੇ ਨੰਗੀ ਤਾਰ ਹੱਥ ਨਾਲ ਲਗਾਈਏ, ਇੱਕਦਮ ਕਰੰਟ ਲੱਗੇਗਾ ਲੇਕਿਨ ਨਜ਼ਰ ਨਹੀਂ ਆਉਂਦਾ। ਐਗਜ਼ਿਸਟੈਂਸ ਹੈ ਇਹਨਾਂ ਚੀਜ਼ਾਂ ਦੀ ਲੇਕਿਨ ਸਾਨੂੰ ਨਜ਼ਰ ਨਹੀਂ ਆਉਂਦੀ। ਅਨੁਭਵ ਕਰਨ ਦੀ ਲੋੜ ਹੈ, ਮਹਿਸੂਸ ਕਰਨ ਦੀ ਲੋੜ ਹੈ। ਇਸੇ ਪ੍ਰਕਾਰ ਉਹ ਪਰਮਾਤਮਾ ਹੈ ਜਿਹਨੂੰ ਅਨੁਭਵ ਕੀਤਾ ਜਾ ਸਕਦਾ। ਅਤੇ ਅਨੁਭਵ ਕਿਵੇਂ ਹੋਏਗਾ? ਨਾਨਕ ਗਾਵੀਐ ਗੁਣੀ ਨਿਧਾਨ। ਜਿਉਂ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ, ਉਸਦੇ ਗੁਣਾਂ ਦਾ ਗਾਇਨ ਕਰਦੇ ਹਾਂ, ਇਹ ਜੋ ਬਾਣੀ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਇਹ ਬਾਣੀ ਨਿਰੰਕਾਰ ਤੋਂ ਆਈ ਹੈ, ਸਾਨੂੰ ਨਿਰੰਕਾਰ ਤੱਕ ਲੈ ਜਾਂਦੀ ਹੈ, ਉਸ ਦਾ ਅਨੁਭਵ ਸਾਡੇ ਅੰਦਰ ਪੈਦਾ ਕਰਦੀ ਹੈ। ਉਸ ਦੀ ਐਗਜ਼ਿਸਟੈਂਸ, ਉਸ ਦੀ ਹੋਂਦ, ਉਸ ਦਾ ਅਨੁਭਵ, ਉਸ ਦਾ ਅਹਿਸਾਸ ਸਾਡੇ ਅੰਦਰ ਇਹ ਬਾਣੀ ਪੈਦਾ ਕਰਦੀ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਆ ਭਾਈ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੀਏ ਅਤੇ ਫਿਰ ਪਤਾ ਲੱਗਦਾ ਹੈ ਕਿ ਉਹ ਪਰਮਾਤਮਾ ਤਾਂ ਸਭ ਥਾਈਂ ਵਿਆਪਕ ਹੈ, ਉਹ ਤਾਂ ਜ਼ਰੇ ਜ਼ਰੇ ਵਿੱਚ ਸਮਾਇਆ ਹੋਇਆ ਹੈ। ਇਸ ਲਈ ਗੁਰੂ ਸਾਹਿਬ ਦਾ ਅਸੀਂ ਇੱਕ ਸ਼ਬਦ ਲਿਆ ਸੀ ਨਾ ਪਿਛਲੇ ਵਾਰ, ਮੇਰੇ ਸਾਹਿਬਾ ਵੇਖੋ ਤਾਂ ਸਹੀ। ਜੇ ਉਸ ਪਰਮਾਤਮਾ ਦਾ ਅਹਿਸਾਸ ਆਪਣੇ ਅੰਦਰ ਪੈਦਾ ਕਰਨਾ ਹੋਵੇ, ਕਿਵੇਂ ਵੇਖਣਾ ਹੈ? ਕਿਸੇ ਚਲੇ ਜਾਓ ਐਸੀ ਥਾਂ 'ਤੇ, ਕਿਸੇ ਉੱਪਰ ਪਹਾੜੀ 'ਤੇ ਚੜ੍ਹ ਜਾਓ, ਪਹਾੜੀ 'ਤੇ ਚੜ੍ਹ ਜਾਓ, ਵੇਖੋ। ਅਸੀਂ ਸ੍ਰੀਨਗਰ ਜਾਂਦੇ ਹਾਂ ਨਾ, ਤੁਸੀਂ ਕਈ ਵਾਰੀ ਸ਼ੰਕਰਾਚਾਰੀ ਦੀ ਪਹਾੜੀ 'ਤੇ ਚੜ੍ਹੋ ਅਤੇ ਥੱਲੇ ਅਸੀਂ ਦੇਖਦੇ ਹਾਂ ਸ੍ਰੀਨਗਰ ਪੂਰਾ ਪਾਣੀ ਨਜ਼ਰ ਆਉਂਦਾ। ਵੈਸੇ ਪਾਣੀ ਜ਼ਿਆਦਾ ਉੱਥੇ। ਕਿਸੇ ਪਹਾੜੀ ਇਲਾਕੇ 'ਤੇ ਚਲੇ ਜਾਓ, ਪੱਤੇ ਸੁੱਕੇ ਪਏ ਹੋਣ ਥੱਲੇ, ਪੱਤਿਆਂ ਦੇ ਉੱਪਰ ਚਲੋ, ਕੜ 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 ਆਵਾਜ਼ ਆਉਂਦੀ ਹੈ। ਅਹਿਸਾਸ ਹੁੰਦਾ ਕਿ ਕਿਵੇਂ ਪਰਮਾਤਮਾ ਨੇ ਸਭ ਕੁਝ ਬਣਾਇਆ। ਇਹ ਜੰਗਲ ਦੇ ਵਿੱਚ ਇਤਨੇ ਉੱਚੇ ਉੱਚੇ ਪੇੜ ਨੇ, ਕਿਹਨੇ ਬਣਾਏ? ਇਹ ਦਾਸ ਦੀ ਬੇਟੀ ਪੜ੍ਹ ਰਹੀ ਹੈ ਹਿਮਾਚਲ ਦੇ ਵਿੱਚ, ਉਹਨੂੰ ਕਈ ਵਾਰੀ ਲੈਣ ਜਾਂ ਛੱਡਣ ਵਾਸਤੇ ਜਾਣਾ ਪੈਂਦਾ ਅਤੇ ਰਸਤੇ ਦੇ ਵਿੱਚ ਥਾਂ ਆਉਂਦੀ ਹੈ, ਛੋਟਾ ਜਿਹਾ ਮੈਂ ਵੇਖਦਾ ਪਹਾੜ ਹੈ, ਉਹ ਦਰਖਤ ਲੱਗੇ ਹੋਏ, ਉਸ ਦੇ ਨਾਲ ਚੀੜ ਦੇ ਦਰਖਤ ਲੱਗੇ ਹੋਏ, ਚੀੜ ਦੇ ਰੁੱਖ ਉਹ ਇਸ ਤਰ੍ਹਾਂ ਲੱਗੇ ਹੈ, ਜਦੋਂ ਮੈਂ ਗੱਡੀ ਡਰਾਈਵ ਕਰਦਾ, ਰੋਡ 'ਤੇ ਚੱਲ ਰਿਹਾ, ਉਹਨੂੰ ਦੇਖਦਾ ਤਾਂ ਬਿਲਕੁਲ ਸਮੂਥ ਨੇ, ਬਿਲਕੁਲ ਸਮੂਥ। ਉਹ ਕਿਸੇ ਨੇ ਨਹੀਂ ਲਗਾਏ, ਉਹ ਪਰਮਾਤਮਾ ਨੇ ਲਗਾਏ ਹੋਏ, ਪਰਮਾਤਮਾ ਦੀ ਦੇਣ ਹੈ। ਇਹਨਾਂ ਦੇ ਵਿੱਚੋਂ ਪਰਮਾਤਮਾ ਨੂੰ ਇਤਨੇ ਝਰਨੇ ਨੇ, ਇਤਨੇ ਦਰਿਆ ਨੇ ਵਗ ਰਹੇ। ਝਰਨਿਆਂ ਦੇ ਵਿੱਚ ਕੋਲ ਖੜੇ ਹੋ ਕੇ ਵੇਖੀਏ ਤਾਂ ਸਹੀ, ਨਜ਼ਰ ਮਾਰੀਏ ਤਾਂ ਸਹੀ, ਉਹਨਾਂ ਦਾ ਅਹਿਸਾਸ, ਉਸ ਪਰਮਾਤਮਾ ਦਾ ਅਹਿਸਾਸ ਸਾਡੇ ਅੰਦਰ ਹੁੰਦਾ ਹੈ। ਇਹ ਚਸ਼ਮੇ ਨੇ, ਇਹ ਦਰਿਆ ਨੇ, ਇਹ ਪਹਾੜ ਨੇ, ਇਹ ਬਨਸਪਤੀ ਹੈ,
ਇਹ ਹਵਾ ਹੈ, ਇਹ ਸੂਰਜ ਹੈ, ਇਹ ਧਰਤੀ ਹੈ, ਕਿਤਨਾ ਕੁਝ ਉਸ ਪਰਮਾਤਮਾ ਨੇ ਬਣਾਇਆ। ਉਸ ਦਾ ਅਹਿਸਾਸ, ਉਸ ਦਾ ਅਨੁਭਵ ਤਾਂ ਪਤਾ ਲੱਗਦਾ ਹੈ ਜਦੋਂ ਅਸੀਂ ਬਾਣੀ ਰਾਹੀਂ ਜੁੜ ਕੇ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਵੇਖਦੇ ਹਾਂ। ਇਸ ਲਈ ਤਾਂ ਕਿਹਾ ਨਾ ਭਾਈ ਨਿਰਾਕਾਰ ਹੈ, ਲੇਕਿਨ ਆਕਾਰ ਜਦੋਂ ਸਿਰਜਦਾ ਹੈ ਇਸੇ ਵਿੱਚ ਸਮਾਇਆ ਹੋਇਆ। ਮੈਨੂੰ ਤੁਹਾਡੇ ਵਿੱਚ ਰੱਬ ਨਹੀਂ ਲੱਭੇਗਾ, ਤੁਹਾਨੂੰ ਮੇਰੇ ਅੰਦਰ ਰੱਬ ਨਹੀਂ ਲੱਭੇਗਾ, ਤਾਂ ਹੀ ਤਾਂ ਆਪਾਂ ਇੱਕ ਦੂਜੇ ਦੀਆਂ ਦਸਤਾਰਾਂ ਉਤਾਰਦੇ ਹਾਂ। ਕਿੱਥੇ ਲੱਭਦਾ? ਲੇਕਿਨ ਉਸ ਜੋਤ ਨੂੰ ਮਹਿਸੂਸ ਕਰਨ ਦੀ ਲੋੜ ਹੈ ਜੋ ਤੁਹਾਡੇ ਅੰਦਰ ਵੀ ਹੈ, ਮੇਰੇ ਅੰਦਰ ਵੀ ਹੈ, ਸਭਨਾਂ ਦੇ ਅੰਦਰ ਹੈ। ਤੇ ਗੁਰੂ ਸਾਹਿਬ ਕਹਿੰਦੇ, ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ, ਜਲ ਥਲ ਮਈਲ ਭਰਪੂਰ ਲੀਣਾ, ਆਪੇ ਸਰਬ ਸਮਾਣਾ। ਕਹਿੰਦੇ ਤੇਰੇ ਚੋਜ ਅਚਰਜ ਨੇ, ਕੌਤਕ ਨੇ, ਤੂੰ ਜਲ ਦੇ ਵਿੱਚ ਹੈ, ਥਲ ਵਿੱਚ ਹੈ, ਆਕਾਸ਼ ਦੇ ਵਿੱਚ ਹੈ, ਸਭ ਪਾਸੇ ਰਮਿਆ ਹੋਇਆ, ਵਸਿਆ ਹੋਇਆ। ਜਾਂ ਜਾਂ ਦੇਖਾਂ ਤਾਂ ਜੋਤ ਤੁਮਾਰੀ, ਤੇਰਾ ਰੂਪ ਕਨੇਹਾ। ਪ੍ਰਭੂ ਤੇਰਾ ਰੂਪ ਕੈਸਾ ਹੈ, ਜਿੱਥੇ ਵੇਖਦਾ ਤੇਰੀ ਜੋਤ ਹੈ। ਇੱਕ ਤਾਂ ਰੂਪ ਫਿਰੈ ਪਰਛੰਨਾ, ਕੋਏ ਨਾ ਕਿਸ ਹੀ ਜੇਹਾ। ਕਹਿੰਦੇ ਤੂੰ ਉਸ ਗੁਪਤ ਰੂਪ ਦੇ ਪਰਛਾਣਾ ਹੁੰਦਾ, ਗੁਪਤ ਰੂਪ ਦੇ ਵਿੱਚ ਅੰਦਰ ਤੂੰ ਸਮਾਇਆ ਹੋਇਆ ਸਭ ਨੇ ਅੰਦਰ, ਲੇਕਿਨ ਹੈ ਤੇਰੀ ਹੀ ਜੋਤ। ਲੇਕਿਨ ਕਿਸੇ ਦਾ ਆਕਾਰ ਦੂਜੇ ਨਾਲ ਨਹੀਂ ਮਿਲਦਾ। ਅਸੀਂ ਪਿਛਲੇ ਬਾਰੇ ਮਿਸਾਲ ਲਈ ਸੀ ਨਾ ਕਿ ਘਰ ਦੇ ਵਿੱਚ 5-6 ਜੀ ਹੋਣ, 10 ਹੋਣ, ਜਿੰਨੇ ਵੀ ਹੋਣ, ਸਾਰਿਆਂ ਦੇ ਫਿੰਗਰ ਪ੍ਰਿੰਟਸ ਅਲੱਗ ਨੇ। ਇੱਕੋ ਮਾਂ ਦੇ ਗਰਭ ਦੇ ਵਿੱਚੋਂ ਜਨਮ ਲੈਣ ਵਾਲੇ 2 ਭਰਾ ਭੈਣਾਂ, ਬੱਚੇ ਜਿੰਨੇ ਵੀ ਹੋਣਗੇ, ਉਹਨਾਂ ਦੇ ਫਿੰਗਰ ਪ੍ਰਿੰਟਸ ਅਲੱਗ ਨੇ, ਡਿਫਰੈਂਟ ਨੇ। ਪਰਮਾਤਮਾ ਨੇ ਐਸੀ ਖੇਡ ਬਣਾਈ ਹੈ, ਬਿਲਕੁਲ ਅਲੱਗ ਨੇ, ਕੋਈ ਨਾ ਕਿਸੇ ਜਿਹਾ। ਇਸ ਲਈ ਗੁਰੂ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ, ਤੇਰੇ ਗੁਣ ਬੋਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ, ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ। ਸੱਚੇ ਪਾਤਸ਼ਾਹ ਮੈਂ ਸੰਸਾਰ ਸਾਗਰ ਦੇ ਵਿੱਚ ਡੁੱਬ ਰਿਹਾ, ਮੈਨੂੰ ਤਾਰ, ਮੇਰੇ ਅੰਦਰ ਤੇਰਾ ਅਹਿਸਾਸ ਹੋ ਜਾਏ। ਤੇਰੇ ਬੇਅੰਤ ਗੁਣ ਨੇ, ਮੈਂ ਤਾਂ ਤੇਰਾ ਇੱਕ ਗੁਣ ਵੀ ਨਹੀਂ ਜਾਣਦਾ। ਸੱਚੇ ਪਾਤਸ਼ਾਹ ਕਿਰਪਾ ਕਰ, ਮੈਨੂੰ ਇਸ ਸੰਸਾਰ ਸਾਗਰ ਤੂੰ ਪਾਰ ਕਰ ਲੈ। ਹੁਣ ਇਹ ਅਹਿਸਾਸ ਸਾਡੇ ਅੰਦਰ ਹੁੰਦਾ ਹੈ। ਲੇਕਿਨ ਭਗਤ ਕਬੀਰ ਸਾਹਿਬ ਕਹਿੰਦੇ ਬਈ ਲੋਕੀ ਭੁੱਲੇ ਹੋਏ ਹੈ। ਉਹਨਾਂ ਨੇ ਬੜੀ ਸੁੰਦਰ ਮਿਸਾਲ ਦਿੱਤੀ ਹੈ। ਕਹਿੰਦੇ ਲੋਕੀ ਭੁੱਲੇ ਹੋਏ ਹੈ ਤੇ ਵੇਖਣਾ ਚਾਹੁੰਦੇ ਹੈ। ਦ੍ਰਿਸ਼ਟਮਾਨ ਤੂੰ ਪ੍ਰਭਾਵਿਤ ਹੈ, ਤੇ ਇਸ ਲਈ ਪਰਮਾਤਮਾ ਦੀ ਮੂਰਤੀ ਘੜ ਕੇ ਉਹਨੂੰ ਇਸ ਮੂਰਤੀ ਦੇ ਵਿੱਚੋਂ ਜਿਹੜੀ ਦ੍ਰਿਸ਼ਟ ਹੈ ਲੇਕਿਨ ਹੈ ਨਿਰਜਿੰਦ, ਉਸ ਦੇ ਵਿੱਚੋਂ ਪਰਮਾਤਮਾ ਨੂੰ ਲੱਭਣ ਦਾ ਯਤਨ ਕਰਦੇ ਹੈ। ਕਹਿੰਦੇ ਮਿਸਾਲ ਬੜੀ ਸੁੰਦਰ ਹੈ। ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਭੂਲੀ ਮਾਲਣੀ ਹੈ ਇਹ ਉਹ ਸਤਿਗੁਰ ਜਾਗਤਾ ਹੈ ਦਿਓ। ਕਹਿੰਦੇ ਪੱਤਰ ਤੇ ਫੁੱਲ ਤੋੜ ਕੇ ਆਪਾਂ ਵੇਖਦੇ ਹਾਂ ਨਾ, ਮੂਰਤੀਆਂ ਦੇ ਅੱਗੇ ਭੇਟ ਕੀਤੀਆਂ ਜਾਂਦੀਆਂ। ਅਸੀਂ ਵੀ ਅੱਜ ਉਹ ਕੰਮ ਪਕੜ ਲਿਆ, ਡਾਇਰੈਕਟਲੀ ਇਨਡਾਇਰੈਕਟਲੀ ਅਸੀਂ ਕੰਮ ਪਕੜ ਲਿਆ। ਜਦੋਂ ਸਾਡੇ ਗੁਰਪੁਰਬ ਹੁੰਦੇ ਆ ਤੇ ਅਸੀਂ ਲੱਖਾਂ ਦੇ ਹਿਸਾਬ ਦੇ ਨਾਲ ਪੈਸੇ ਖਰਚ ਕੇ ਤੇ ਫੁੱਲ ਲਿਆਉਂਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਰੱਖਦੇ ਹਾਂ, ਬਾਹਰ ਬਿਲਡਿੰਗਾਂ ਦੇ ਵਿੱਚ ਲਗਾਉਂਦੇ ਹਾਂ। ਇੱਕ ਫੁੱਲ ਟੁੱਟਿਆ ਸੀ ਗੁਰੂ ਹਰਰਾਏ ਸਾਹਿਬ ਜਦੋਂ ਹਲੇ ਬਚਪਨ ਦੇ ਵਿੱਚ ਸਨ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾਦਾ ਜੀ ਉਹਨਾਂ ਨੇ ਕਹਿਣ ਲੱਗੇ ਜੇ ਚੋਲਾ ਵੱਡਾ ਪਹਿਨਿਆ ਹੋਵੇ ਨਾ ਤੇ ਧਿਆਨ ਨਾਲ ਚੱਲਣਾ ਚਾਹੀਦਾ। ਭਾਵ ਜੇ ਰਿਸਪਾਂਸਿਬਿਲਿਟੀ ਬਹੁਤ ਵੱਡੀ ਹੋਵੇ ਤੇ ਫਿਰ ਬੜੇ ਧਿਆਨ ਨਾਲ ਤੁਹਾਨੂੰ ਸੰਸਾਰ ਦੇ ਵਿੱਚ ਵਿਚਰਨਾ ਪਵੇਗਾ, ਛੋਟਿਆਂ ਨੂੰ ਮਸਲਣਾ ਨਹੀਂ ਹੈ। ਤੇ ਇਸੇ ਤਰ੍ਹਾਂ ਅਸੀਂ ਪੜ੍ਹਦੇ ਹਾਂ ਉਹ ਸ਼ਬਦ ਜਿਹੜਾ ਰਾਤ ਨੂੰ ਸੋਹਲੇ ਸਾਹਿਬ ਜਿਹੜਾ ਆਰਤੀ ਵਾਲਾ ਸ਼ਬਦ ਅਸੀਂ ਪੜ੍ਹਦੇ ਹਾਂ। ਗੱਲ ਵੱਖਰੀ ਹੈ ਕਿ ਅਸੀਂ ਉਹਨੂੰ ਆਰਤੀ ਬਣਾ ਲਿਆ। ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ, ਮੰਡਲ ਜਨਕ ਮੋਤੀ, ਤੂਪ ਮਲ ਆਨ ਲੋ ਪਵਨ ਚਵਰੋ, ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਕਹਿੰਦੇ ਉਹ ਸ਼ਬਦ ਅਸੀਂ ਜਦੋਂ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਨੇ ਉਹਨੂੰ ਸਮਝਾਇਆ ਸੀ ਤੁਸੀਂ ਆਰਤੀ ਮੂਰਤੀ ਦੀ ਕਰ ਰਹੇ ਹੋ, ਲੇਕਿਨ ਉਹ ਪਰਮਾਤਮਾ ਹੈ ਜਿਸ ਦੀ ਆਰਤੀ ਤੇ ਇਹ ਬ੍ਰਹਿਮੰਡ ਪੂਰਾ ਕਰ ਰਿਹਾ। ਉਹ ਹਿਮਾਲਿਆ ਪਰਬਤ ਦੇ ਉੱਪਰ ਜਿਹੜੇ ਚੰਦਨ ਦੇ ਰੁੱਖ ਨੇ, ਇਹ ਫੁੱਲ ਹੈ, ਬਨਸਪਤੀ ਹੈ, ਇਸ ਦੇ ਵਿੱਚੋਂ ਜਿਹੜੀ ਸੁਗੰਧੀ ਨਿਕਲ ਰਹੀ ਹੈ ਇਹ ਚੋਰ ਕਰ ਰਹੀ ਹੈ ਉਸ ਨੂੰ। ਤੁਸੀਂ ਧੂਪ ਬੱਤੀ ਕਰ ਰਹੇ ਹੋ ਮੂਰਤੀ ਦੇ ਅੱਗੇ, ਤੁਸੀਂ ਭੁੱਲੇ ਪਟਕੇ ਪਏ ਹੋ। ਅਸੀਂ ਵੀ ਉਹ ਕੰਮ ਕੀਤਾ ਕਿ ਨਹੀਂ? ਅਸੀਂ ਇਹ ਲੱਖਾਂ ਰੁਪਏ ਦੀ ਬਨਸਪਤੀ ਫੁੱਲ ਤੋੜ ਕੇ ਲਿਆਉਂਦੇ ਹਾਂ, ਸੋਚਦੇ ਹਾਂ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ ਹੈ, ਮੂਰਤੀ ਵਾਂਗ ਆਪਾਂ ਪੂਜਣਾ ਸ਼ੁਰੂ ਕਰ ਦਿੱਤਾ। ਗੁਰੂ ਦੀ ਖੁਸ਼ੀ ਇਸ ਤਰ੍ਹਾਂ ਨਸੀਬ ਨਹੀਂ ਹੋਣੀ। ਗੁਰੂ ਦੀ ਨੇੜਤਾ ਹੈ, ਗੁਰੂ ਦੇ ਨੇੜੇ ਬੈਠ ਜਾਈਏ, ਗੁਰੂ ਦੀ ਤਾਬਿਆ ਬੈਠ ਜਾਈਏ, ਗੁਰੂ ਦਾ ਸ਼ਬਦ ਸਾਡੇ ਮਨ ਵਿੱਚ ਵਸ ਜਾਏ, ਗਾਵੀਏ ਸੁਣੀਏ ਮਨ ਰੱਖੀਏ ਪਾਓ। ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਨ, ਪਾਹਨ ਹੁੰਦਾ ਪੱਥਰ। ਕਹਿੰਦੇ ਜਿਹੜਾ ਪੱਥਰ, ਜਿਹੜੀ ਪੱਥਰ ਦੀ ਮੂਰਤੀ ਬਣਾਈ ਹੈ ਜੋ ਨਿਰਜਿੰਦ ਹੈ, ਉਸ ਦੇ ਅੱਗੇ ਭੇਟ ਕਰਨ ਦੇ ਲਈ ਕਿਹੜੀਆਂ ਚੀਜ਼ਾਂ ਲਿਆ ਰਹੀ ਹੈ? ਸੰਬੋਧਨ ਤਾਂ ਮਾਲਨ ਨੂੰ ਕਰਦੇ ਆ, ਸਾਨੂੰ ਸਮਝਾ ਰਹੇ ਆ ਕਿ ਮੂਰਤੀ ਤੇ ਨਿਰਜਿੰਦ ਹੈ, ਉਹ ਤੇ ਬੋਲਣਾ ਨਹੀਂ ਉਸਨੇ, ਨਾ ਉਸ ਦੇ ਅੰਦਰ ਕੋਈ ਪਰਮਾਤਮਾ ਹੈ, ਉਹ ਤੇ ਪੱਥਰ ਘਾੜੇ ਨੇ, ਘੜੀ ਮੂਰਤੀ। ਤੇ ਜਿਸ ਪੱਤਰ ਦੇ ਵਿੱਚ, ਜਿਸ ਫੁੱਲ ਦੇ ਵਿੱਚ ਉਹ ਮਾਨੋ ਪਰਮਾਤਮਾ ਆਪ ਵਸਿਆ ਹੋਇਆ ਹੈ,
ਜਿਹੜੀ ਜਿੰਦ ਵਾਲੀ ਚੀਜ਼ ਹੈ ਉਹਨੂੰ ਨਿਰਜਿੰਦ ਦੇ ਅੱਗੇ ਭੇਟ ਕਰ ਰਿਹਾ ਲੋਕੀ। ਭੂਲੀ ਮਾਲ ਨਹੀਂ ਆਇਓ ਸਤਿਗੁਰ ਜਾਗਤਾ ਹੈ ਦਿਓ। ਉਹ ਤੇ ਪਰਮਾਤਮਾ ਜਾਗਤ ਜੋਤ ਹੈ, ਉਸ ਦੇ ਅੱਗੇ ਫੁੱਲ ਭੇਟ ਕਰ ਰਹੇ। ਉਹ ਜਿੰਨਾ ਫੁੱਲਾਂ ਦੇ ਵਿੱਚ ਉਹ ਆਪ ਵਸ ਰਿਹਾ। ਭਗਤ ਕਬੀਰ ਸਾਹਿਬ ਇਹ ਕਹਿੰਦੇ ਹੈ, ਕਹਿੰਦੇ ਪਾਖਾਨ ਗੜਕੈ ਮੂਰਤ ਕੀਨੀ ਦੇਖੈ ਛਾਤੀ ਪਾਉ। ਕਹਿੰਦੇ ਪਾਖਾਨ ਗੜ ਕੇ, ਪੱਥਰ ਨੂੰ ਘੜ ਕੇ ਜਿਹੜਾ ਮੂਰਤੀ ਘਾੜਾ ਹੈ ਉਸ ਦੇ ਛਾਤੀ ਦੇ ਉੱਪਰ ਪੈਰ ਰੱਖਦਾ, ਉਸ ਦਾ ਨੱਕ ਘੜ ਰਿਹਾ, ਉਸ ਦੇ ਅੱਖਾਂ ਘੜ ਰਿਹਾ, ਉਸ ਦੇ ਹੱਥ ਪੈਰ ਬਣਾ ਰਿਹਾ ਹੈ। ਅਤੇ ਜੇ ਉਹ ਮੂਰਤੀ ਦੇ ਵਿੱਚ ਜਾਨ ਹੋਵੇ, ਉਹ ਮੂਰਤੀ ਉਹਨੂੰ ਇਹ ਨਾ ਆਖੇ ਕਿ ਭਾਈ ਤੂੰ ਮੇਰੀ ਛਾਤੀ ਦੇ ਉੱਪਰ ਪੈਰ ਰੱਖ ਕੇ ਤੇ ਛੈਣੀ ਹਥੌੜਾ ਨਾਲ ਮੈਨੂੰ ਕੁੱਟ ਕੇ ਤੇ ਤੂੰ ਮੇਰੀ ਮੂਰਤੀ ਬਣਾ ਰਿਹਾ। ਦੇਖਿਆ ਛਾਤੀ ਪਾਓ। ਜੇ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ, ਉਸ ਨੂੰ ਤਾਂ ਖਾ ਜਾਣਾ ਚਾਹੀਦਾ ਸੀ, ਉਹਨੂੰ ਪੈ ਜਾਣਾ ਚਾਹੀਦਾ ਸੀ ਭਾਈ ਤੂੰ ਮੇਰੀ ਇਹ ਹਾਲਤ ਕਰ ਰਿਹਾ। ਲੇਕਿਨ ਗੁਰੂ ਸਾਹਿਬ ਕਹਿੰਦੇ ਭਾਈ ਇਹ ਹਾਲਤ ਬਣੀ ਹੋਈ ਹੈ। ਉਹੀ ਗੱਲ ਭਗਤ ਕਬੀਰ ਸਾਹਿਬ ਵੀ ਕਹਿੰਦੇ। ਗੁਰੂ ਨਾਨਕ ਪਾਤਸ਼ਾਹ ਜੀ ਵੀ ਉਸ ਦੀ ਉਦਾਹਰਨ ਦਿੰਦੇ ਹੈ ਕਿ ਲੋਕੀ ਮੂਰਤੀ ਦੇ ਅੱਗੇ ਕਿਵੇਂ ਉਸ ਦੀ ਪੂਜਾ, ਕਿਉਂਕਿ ਜਦੋਂ ਮੂਰਤੀ ਘੜੀ ਜਾਂਦੀ ਹੈ ਜਿਸ ਨੂੰ ਅਸਥਾਪਨ ਨਹੀਂ ਕੀਤਾ ਜਾ ਸਕਦਾ, ਉਸ ਪਰਮਾਤਮਾ ਨੂੰ ਜਦੋਂ ਅਸੀਂ ਉਸ ਨੂੰ ਅਸਥਾਪਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਦੇ ਢੰਗ ਤਰੀਕੇ ਪੂਜਾ ਦੇ ਵੀ ਵੱਖਰੇ ਵੱਖਰੇ ਬਣ ਜਾਂਦੇ ਹੈ। ਜਿਵੇਂ ਗੁਰੂ ਸਾਹਿਬ ਕਹਿੰਦੇ ਹੈ ਬਈ ਪੂਜਾ ਦਾ ਢੰਗ ਤਰੀਕਾ, ਸਿਲਾ ਦੇ ਉੱਪਰ ਰਗੜੀ ਕਸਤੂਰੀ ਕੇਸਰ ਚੰਦਨ ਅਤੇ ਫਿਰ ਰਗੜ ਕੇ ਉਸ ਦੇ ਮੂਰਤੀ ਨੂੰ ਟਿੱਕੇ ਲਾਏ ਜਾਂਦੇ। ਉਹ ਟਿੱਕਾ ਆਪ ਵੀ ਲਗਾਉਂਦੇ, ਮੂਰਤੀ ਨੂੰ ਵੀ ਲਗਾਏ ਜਾਂਦੇ ਅਤੇ ਉਸ ਦੀ ਪੂਜਾ ਕਰਦੇ। ਗੁਰੂ ਸਾਹਿਬ ਕਹਿੰਦੇ ਇਸ ਤਰੀਕੇ ਦੇ ਨਾਲ ਇਸ ਸਥਾਪਿਤ ਕੀਤੀ ਹੋਈ ਮੂਰਤੀ ਜੋ ਰੱਬ ਨਹੀਂ ਹੈ ਉਸ ਦੀ ਪੂਜਾ ਪਰਮਾਤਮਾ ਦੀ ਇਵੇਂ ਨਹੀਂ ਹੋ ਸਕਦੀ। ਪੂਜਾ ਕੀ ਹੈ? ਪੂਜਾ ਕੀਚੈ ਨਾਮ ਧਿਆਈ ਹੈ ਬਿਨ ਨਾਵੈ ਪੂਜ ਨਾ ਹੋਏ। ਤੇਰਾ ਨਾਮ ਕਰੀ ਚਣ ਨਾਠੀਆ ਜੇ ਮਨ ਉਰਸਾ ਹੋਏ। ਉਰਸਾ ਹੁੰਦਾ ਸਿਲ, ਜਿਸ ਦੇ ਉੱਪਰ ਉਹ ਰੱਖ ਕੇ ਨਾ ਪੱਥਰ ਦੇ ਨਾਲ ਘੜ ਕੇ ਕੇਸਰ ਚੰਦਨ ਉਹ ਘੜਦੇ ਆ, ਬਿਲਕੁਲ ਬਾਰੀਕ ਕਰਦੇ ਆ ਅਤੇ ਉਸ ਦਾ ਟਿੱਕਾ ਲਗਾਉਂਦੇ ਮੂਰਤੀ ਨੂੰ। ਕਹਿੰਦੇ ਤੇਰਾ ਨਾਮ ਕਰੀ ਚਣ ਨਾਠੀਆ। ਕਹਿੰਦੇ ਮੇਰੇ ਲਈ ਚੰਦਨ ਦੀ ਲੱਕੜ ਤੇਰਾ ਨਾਮ ਹੈ ਸੱਚੇ ਪਾਤਸ਼ਾਹ, ਮੈਨੂੰ ਚੰਦਨ ਦੀ ਲੱਕੜ ਦੀ ਲੋੜ ਨਹੀਂ ਹੈ ਤੇਰੀ ਪੂਜਾ ਵਾਸਤੇ। ਜੇ ਮਨ ਉਰਸਾ ਹੋਏ, ਕਹਿੰਦੇ ਜੇ ਮੇਰਾ ਮਨ ਉਹ ਸਿਲਾ ਬਣ ਜਾਏ ਨਾ, ਉਰਸਾ ਉਹ ਸਿਲ ਬਣ ਜਾਏ ਅਤੇ ਮੈਨੂੰ ਇਹ ਚੰਦਨ ਕਿਸਾਨ ਦੀ ਲੋੜ ਨਹੀਂ ਹੈ। ਤੇਰੇ ਸ਼ਬਦ ਦੀ ਵਿਚਾਰ ਮੇਰੇ ਮਨ ਦੇ ਵਿੱਚ ਵਸਦੀ ਰਵੇ, ਉਹੀ ਮੇਰੇ ਲਈ ਕੀ ਹੈ? ਚੰਦਨ ਘਸਣਾ ਹੈ, ਉਹੀ ਕੇਸਰ ਹੈ। ਮੈਨੂੰ ਕਸਤੂਰੀ ਦੀ ਲੋੜ ਨਹੀਂ ਹੈ, ਤੇਰਾ ਨਾਮ ਹੀ ਮੇਰੇ ਵਾਸਤੇ ਉਹ ਸਭ ਕੁਝ ਹੈ। ਪੂਜਾ ਕੀਚੈ ਨਾਮ ਧਿਆਈ ਹੈ ਬਿਨ ਨਾਵੈ ਪੂਜ ਨਾ ਹੋਏ। ਬਾਹਰ ਦੇ ਪਖਾਲੀਆਂ ਜੇ ਮਨ ਧੋਵੈ ਕੋਏ। ਕਹਿੰਦੇ ਬਾਹਰੋਂ ਉਸ ਪੱਥਰ ਦੀ ਮੂਰਤੀ ਨੂੰ ਧੋਈ ਜਾ ਰਹੇ, ਉਸ ਦਾ ਇਸ਼ਨਾਨ ਵੀ ਕਰਾਉਂਦੇ। ਉਹ ਤਾਂ ਪੱਥਰ ਦੀ ਮੂਰਤੀ ਪਾਣੀ ਵਿੱਚ ਡੁੱਬ ਜਾਂਦੀ ਹੈ, ਉਹਨੇ ਕੀ ਤਾਰਨਾ ਤੁਹਾਨੂੰ? ਇੱਥੇ ਮਨ ਧੋਣ ਦੀ ਗੱਲ ਸੀ। ਕਹਿਣ ਲੱਗੇ ਪਰਮਾਤਮਾ ਦੇ ਨਾਮ ਦੇ ਨਾਲ ਮਨ ਧੋਣਾ ਸੀ। ਬਾਹਰ ਦੇ ਪਖਾਲੀਆਂ ਜੇ ਮਨ ਧੋਵੈ ਕੋਏ। ਝੂਠ ਲਹੈ ਜਿਉ ਮਾਂਜੀਐ ਮੋਖ ਪਿਆਣਾ ਹੋਏ। ਇਸ ਤਰੀਕੇ ਦੇ ਨਾਲ ਵਿਕਾਰਾਂ ਤੋਂ ਬੰਦ ਖਲਾਸੀ ਹੋ ਜਾਣੀ ਸੀ, ਕੂੜ ਦੀ ਪਾਲ ਟੁੱਟ ਜਾਣੀ ਸੀ, ਮਨੁੱਖ ਨੇ ਸਚਿਆਰ ਬਣ ਜਾਣਾ ਸੀ। ਲੇਕਿਨ ਕਿਉਂਕਿ ਅਦ੍ਰਿਸ਼ ਤੋਂ ਪ੍ਰਭਾਵਿਤ ਨਹੀਂ ਅਤੇ ਮੂਰਤੀ ਦੇ ਰੂਪ ਦੇ ਵਿੱਚ ਘੜ ਕੇ ਉਸ ਦਾ ਇਸ਼ਨਾਨ ਕਰਾਈ ਜਾ ਰਿਹਾ, ਉਸ ਦੀ ਪੂਜਾ ਕਰੀ ਜਾ ਰਿਹਾ। ਗੁਰੂ ਸਾਹਿਬ ਨੇ ਇਹ ਸਾਨੂੰ ਮਿਸਾਲ ਦਿੱਤੀ ਹੈ ਕਿ ਇਸ ਲਈ ਸਮਝਣਾ ਇਹ ਲੋੜ ਹੈ ਇਸ ਚੀਜ਼ ਦੀ ਕਿ ਉਹ ਪਰਮਾਤਮਾ ਨੂੰ ਸਮਝੀਏ, ਉਹ ਨਿਰਾਕਾਰ ਹੈ, ਅਦ੍ਰਿਸ਼ਟ ਹੈ। ਬਾਣੀ ਰਾਹੀਂ ਹੀ ਜੁੜ ਕੇ ਉਸ ਦਾ ਅਨੁਭਵ ਆਪਣੇ ਅੰਦਰ ਪੈਦਾ ਕੀਤਾ ਜਾ ਸਕਦਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਉਸ ਦਾ ਅਨੁਭਵ ਪੈਦਾ ਕਰਨ ਦੇ ਲਈ ਜਿਹੜਾ ਦੂਜਾ ਨੁਕਤਾ ਹੈ ਉਹ ਕੀ ਹੈ? ਕਹਿੰਦੇ ਅਨੁਭਵ ਕਿਵੇਂ ਪੈਦਾ ਹੋਵੇ? ਗਾਵੀਐ ਸੁਣੀਐ ਮਨ ਰੱਖੀਐ ਭਾਉ। ਇਹ ਤਰੀਕਾਕਾਰ ਅਪਣਾਉਣਾ ਸੀ। ਬਾਹਰਲੀ ਪੂਜਾ ਮੂਰਤੀਆਂ ਨੂੰ ਸਥਾਪਿਤ ਕਰਕੇ ਉਹਨਾਂ ਦੀ ਪੂਜਾ ਕਰਨੀ, ਉਹਨਾਂ ਦੇ ਵਿੱਚ ਰੱਬ ਨੂੰ ਲੱਭਣਾ ਨਹੀਂ ਸੀ। ਕਰਨਾ ਕੀ ਸੀ? ਔਰ ਜਿਹੜਾ ਨਿਰਾਕਾਰ ਪਰਮਾਤਮਾ ਹੈ, ਜਿਹੜੀ ਉਸ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਹੈ, ਉਸ ਨੂੰ ਗਾਉਣਾ ਸੀ, ਉਸ ਦੀ ਸਿਫਤ ਸਲਾਹ ਨੂੰ ਸੁਣਨਾ ਸੀ ਅਤੇ ਮਨ ਦੇ ਵਿੱਚ ਉਸ ਪ੍ਰਤੀ ਪ੍ਰੇਮ ਟਿਕਾਉਣਾ ਸੀ। ਇਹ ਗਾਉਣਾ, ਸੁਣਨਾ, ਪੜ੍ਹਨਾ ਅਸੀਂ ਵੇਖਦੇ ਹਾਂ ਨਾ, ਇਹ ਪਹਿਲਾ ਸਟੈਪ ਹੈ ਸਾਡਾ। ਹੁਣ ਉਸ ਦੇ ਨਾਲ ਜੁੜਨ ਦੇ ਲਈ, ਅਨੁਭਵ ਪੈਦਾ ਕਰਨ ਦੇ ਲਈ ਇਹ ਗੁਰੂ ਸਾਹਿਬ ਨੇ ਦੂਜਾ ਨੁਕਤਾ ਦਿੱਤਾ ਸਾਨੂੰ। ਲੇਕਿਨ ਜਦੋਂ ਅਸੀਂ ਵਿਚਾਰ ਕਰਦੇ ਹਾਂ ਅਤੇ ਅਸੀਂ ਦੇਖਦੇ ਹਾਂ ਅਸੀਂ ਪਰਮਾਤਮਾ ਦੇ ਗੁਣ ਗਾਉਂਦੇ ਵੀ ਹਾਂ। ਅਸੀਂ ਹੁਣੇ ਜੋ ਕੁਝ ਕਰ ਰਹੇ ਹਾਂ ਇਹ ਪਰਮਾਤਮਾ ਦੀ ਸਿਫਤ ਸਲਾਹ ਦੀ ਵਿਚਾਰ ਹੈ। ਇਹ ਗੁਣ ਗਾਉਣੇ ਹੀ ਨੇ ਜੋ ਅਸੀਂ ਵਿਚਾਰ ਕਰ ਰਹੇ ਹਾਂ। ਗਾਉਣਾ, ਸੁਣਨਾ, ਪੜ੍ਹਨਾ ਇਹ ਪਹਿਲਾ ਸਟੈਪ ਹੈ। ਲੇਕਿਨ ਆਰੰਭਤਾ ਇੱਥੋਂ ਹੀ ਹੋਣੀ ਹੈ। ਅਸੀਂ ਗਾਵਾਂਗੇ। ਦੇਖੋ ਕੋਈ ਭਾਈ ਸਾਹਿਬ ਕੀਰਤਨ ਕਰ ਰਹੇ, ਹੁਣ ਪਹਿਲਾਂ ਕੀਰਤਨ ਕਰ ਰਹੇ ਸਨ, ਗਾ ਰਹੇ ਸਨ, ਅਤੇ ਉਸ ਦੀ ਸਿਫਤ ਸਲਾਹ ਅਸੀਂ ਗਾ ਰਹੇ ਹਾਂ। ਉਹ ਸਿਫਤ ਸਲਾਹ ਸਾਡੇ ਅੰਦਰ ਵਸ ਜਾਏ ਤਾਂ ਹੈ। ਉਸ ਦੀ ਸਿਫਤ ਸਲਾਹ ਸੁਣਦੇ ਹਾਂ, ਤੁਸੀਂ ਸੁਣ ਰਹੇ ਹੋ, ਮੈਂ ਬੋਲ ਰਿਹਾ ਅਤੇ ਮੇਰੇ ਬੋਲਣ ਵਾਲੇ ਅੰਦਰ ਅਤੇ ਤੁਹਾਡੇ ਸੁਣਨ ਵਾਲੇ ਅੰਦਰ ਇਹ ਚੀਜ਼ ਵਸ ਜਾਏ ਤਾਂ ਉਸ ਦਾ ਲਾਭ ਹੋਣਾ। ਵਸੇਗੀ ਕਿਵੇਂ? ਜਦੋਂ ਅਸੀਂ ਪ੍ਰੇਮ ਉਸ ਦਾ ਆਪਣੇ ਅੰਦਰ ਪੈਦਾ ਕਰਾਂਗੇ।
ਦੇਖੋ ਨਾ, ਦੋ ਮਿੱਤਰ ਹੁੰਦੇ ਆ ਤੇ ਦੋਵੇਂ ਮਿੱਤਰ ਜਿਹੜੇ ਆਪਸ ਦੇ ਵਿੱਚ ਉਹਨਾਂ ਦਾ ਪ੍ਰੇਮ ਬਣਿਆ ਰਵੇ ਤੇ ਮਿੱਤਰਤਾ ਵੀ ਕਾਇਮ ਰਹਿੰਦੀ ਹੈ। ਜੇ ਪ੍ਰੇਮ ਨਾ ਹੋਵੇ, ਬਾਹਰੋਂ ਬਾਹਰੋਂ ਮਿੱਤਰਤਾ ਬਹੁਤੀ ਦੇਰ ਚੱਲ ਨਹੀਂ ਸਕਦੀ। ਉਹ ਮਿੱਤਰ ਸਮਝਣਾ ਪੈਣਾ ਪਰਮਾਤਮਾ ਨੂੰ, ਮਿੱਤਰ ਸਮਝਣਾ ਪੈਣਾ ਗੁਰੂ ਨੂੰ, ਮਿੱਤਰ ਸਮਝਣਾ ਪੈਣਾ ਬਾਣੀ ਨੂੰ, ਮਿੱਤਰ ਸਮਝਣਾ ਪੈਣਾ ਨਾਮ ਨੂੰ, ਮਿੱਤਰ ਸਮਝਣਾ ਪੈਣਾ ਸ਼ਬਦ ਨੂੰ। ਸ਼ਬਦ ਨੂੰ ਮਿੱਤਰ ਸਮਝ ਕੇ ਉਸ ਤਰੀਕੇ ਨਾਲ ਪੜ੍ਹੀਏ, ਮਨ ਰੱਖੀਏ ਭਾਓ। ਜੋ ਕੁਝ ਗਾਵੇ, ਜੋ ਸੁਣਿਆ, ਜੋ ਵਿਚਾਰ ਕਰ ਰਹੇ ਹਾਂ, ਉਹ ਅੰਦਰ ਵਸ ਜਾਏ। ਇਸ ਲਈ ਗੁਰੂ ਸਾਹਿਬ ਕਹਿੰਦੇ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਗਾਵੀਏ, ਸੁਣੀਏ। ਰੇ ਮਨ ਰਾਮ ਸਿਉ ਕਰ ਪ੍ਰੀਤ, ਲੇਕਿਨ ਪ੍ਰੀਤ ਪੈਦਾ ਕਰ ਜੋ ਗਾ ਰਹੇ हैं, जो सुन रहे हैं, ਤਾਂ ਹੈ, ਬਾਹਰੋਂ ਬਾਹਰੋਂ ਨਹੀਂ। ਸਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਗੁਰੂ ਅਰਜਨ ਪਾਤਸ਼ਾਹ ਜੀ ਵੀ ਇਹ ਕਹਿੰਦੇ ਹੈ, ਪ੍ਰਭ ਬਾਣੀ ਸ਼ਬਦ ਸੁਭਾਖਿਆ। ਇਹ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਜੋ ਗੁਰੂ ਨੇ ਗਾਵੀ ਹੈ, ਕਹਿੰਦੇ ਬਹੁਤ ਸੋਹਣੀ ਢੰਗ ਦੇ ਨਾਲ ਉਚਾਰਨ ਕੀਤੀ ਹੋਈ ਹੈ। ਸੁਭਾਖਿਆ ਬਹੁਤ ਸੋਹਣੀ ਉਚਾਰਨ ਕੀਤੀ ਹੈ, ਇਸ ਨੂੰ ਗਾਵਿਆ ਕਰੋ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ। ਗੁਰਪੁਰੈ ਤੂੰ ਰਾਖਿਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੇ ਅਰੋਗਾ। ਕੋਟ ਬਿਗਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗਾ। ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਉਸ ਨੂੰ ਗਾਓਗੇ, ਤੁਹਾਡੇ ਅੰਦਰ ਵਸ ਜਾਏਗੀ ਤੇ ਫਿਰ ਸੰਜੋਗ, ਪ੍ਰਗਟੇ ਭਲੇ ਸੰਜੋਗਾ ਭਾਵ ਤੁਹਾਡੇ ਪਰਮਾਤਮਾ ਦੇ ਨਾਲ ਮਿਲਾਪ ਦੇ ਸੰਜੋਗ ਪੈਦਾ ਹੋਣਗੇ, ਅਨੁਭਵ ਪੈਦਾ ਹੋਏਗਾ। ਜਿਹੜੀ ਗੱਲ ਉਹ ਗੁਰੂ ਸਾਹਿਬ ਕਹਿੰਦੇ ਆ, ਅਨੁਭਵ ਪੈਦਾ ਹੋਏਗਾ ਕਿ ਪਰਮਾਤਮਾ ਜਿਹੜਾ ਹੈ ਸਭ ਥਾਈਂ ਵਿਆਪਕ ਹੈ, ਉਹਨੂੰ ਥਾਪਿਆ ਨਹੀਂ ਜਾ ਸਕਦਾ। ਉਹ ਨਿਮਦਾ ਨਹੀਂ ਹੈ, ਜੰਮਦਾ ਨਹੀਂ ਹੈ, ਉਸ ਦਾ ਅਨੁਭਵ ਆਪਣੇ ਅੰਦਰ ਪੈਦਾ ਹੋਏਗਾ। ਇਸ ਲਈ ਗੁਰੂ ਸਾਹਿਬ ਨੇ ਜਦੋਂ ਅਸੀਂ ਪੜ੍ਹਦੇ ਹਾਂ ਨਾ ਮੁੰਦਾਵਣੀ ਵਾਲਾ ਸ਼ਬਦ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਗਾਵੀਏ ਸੁਣੀਏ ਮਨ ਰੱਖੀਏ ਭਾਓ। ਇਹ ਮਨ ਰੱਖੀਏ ਭਾਓ ਹੈ। ਜੇ ਕੋ ਖਾਵੈ ਜੇ ਕੋ ਪੁੰਚੈ, ਖਾਣਾ ਪਚਾਣਾ ਕੀ ਹੈ ਭਾਈ, ਅੰਦਰ ਵਸ ਜਾਏ ਸਾਡੇ, ਇਸ ਪ੍ਰਤੀ ਸ਼ਰਧਾ ਪੈਦਾ ਹੋ ਜਾਏ, ਪ੍ਰੇਮ ਪੈਦਾ ਹੋ ਜਾਏ। ਜੋ ਕੁਝ ਮੈਂ ਬੋਲ ਰਿਹਾ, ਮੈਂ ਵਿਚਾਰ ਕਰ ਰਿਹਾ, ਤੇ ਜੇ ਵਿਚਾਰ ਮੇਰੇ ਜੀਵਨ ਦੇ ਵਿੱਚ ਵਸੀ ਨਹੀਂ, ਮੇਰਾ ਜੀਵਨ ਥੋੜ੍ਹੀ ਬਦਲੇਗਾ। ਇਹ ਤਾਂ ਫਿਰ ਬਾਹਰੋਂ ਧੋਤੀ ਤੁੰਬੜੀ, ਅੰਦਰ ਵਿਸ਼ ਨਿਕੋਰ। ਬਾਹਰੋਂ ਤੁੰਬੜੀ ਨੂੰ ਧੋਈ ਜਾਓ, ਅੰਦਰ ਉਸ ਦਾ ਕੁੜੱਤਨਪਣ ਥੋੜ੍ਹੀ ਜਾਏਗਾ। ਮੇਰੇ ਅੰਦਰ ਹਉਮੈ ਹੋਵੇ, ਮੇਰੇ ਅੰਦਰ ਜਿਹੜੀ ਠੱਗਪੁਣਾ ਹੋਵੇ, ਮੈਂ ਦੂਜਿਆਂ ਦਾ ਘਾਣ ਕਰਦਾ ਹੋਵਾਂ, ਦੂਜਿਆਂ ਦਾ ਹੱਕ ਮਾਰਦਾ ਹੋਵਾਂ ਤੇ ਵਿਚਾਰ ਵੀ ਕਰਾਂ, ਇਹ ਗੱਲ ਕੋਈ ਬਣਦੀ ਨਹੀਂ ਹੈ। ਉਹ ਵਿਚਾਰ ਮੇਰੇ ਜੀਵਨ ਦਾ ਹਿੱਸਾ ਹੋਣੀ ਚਾਹੀਦੀ ਹੈ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸਕਾ ਹੋਏ ਉਧਾਰੋ। ਉਸ ਦਾ ਉਧਾਰ ਹੋਣਾ ਹੈ ਜਿਹੜਾ ਮਨ ਰੱਖੀਏ ਭਾਵ ਵਾਲੀ ਅਵਸਥਾ ਦੇ ਵਿੱਚ ਚਲਾ ਜਾਏਗਾ। ਜਦੋਂ ਇਸ ਤਰੀਕੇ ਦੇ ਨਾਲ ਅਸੀਂ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਹਾਂ ਤੇ ਫਿਰ ਕੀ ਹੁੰਦਾ, ਅਹਿਸਾਸ ਹੁੰਦਾ ਕਿ ਉਹ ਪਰਮਾਤਮਾ ਸਭ ਥਾਈਂ ਵਿਆਪਕ ਹੈ। ਤੇ ਲੇਕਿਨ ਇਹ ਅਹਿਸਾਸ ਸਾਡੇ ਅੰਦਰ ਕੌਣ ਪੈਦਾ ਕਰੇਗਾ? ਇੱਥੇ ਹੁਣ ਤੀਜਾ ਨੁਕਤਾ ਆਉਂਦਾ, ਜਿਹੜੀ ਗੁਰੂ ਦੀ ਮਹਿਮਾ ਗੁਰੂ ਸਾਹਿਬ ਨੇ ਬਿਆਨ ਕੀਤੀ। ਪਹਿਲਾ ਨੁਕਤਾ ਸੀ ਕਿ ਪਰਮਾਤਮਾ ਉਹ ਬੇਅੰਤ ਹੈ, ਉਹਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ, ਲੇਕਿਨ ਉਸ ਦਾ ਅਹਿਸਾਸ ਉਸ ਦੇ ਗੁਣ ਗਾਉਣ ਦੇ ਨਾਲ, ਉਸ ਦੀ ਸਿਫਤ ਸਲਾਹ ਕਰਨ ਦੇ ਨਾਲ, ਉਸ ਦਾ ਜਸ ਮਨ ਕਰਕੇ ਪ੍ਰੇਮ ਪੈਦਾ ਕਰਨ ਦੇ ਨਾਲ ਅਨੁਭਵ ਪੈਦਾ ਹੋਏਗਾ। ਲੇਕਿਨ ਇਸ ਅਨੁਭਵ ਦੀ ਅਵਸਥਾ ਤੱਕ ਸਾਨੂੰ ਲੈ ਜਾਣ ਵਾਲਾ ਕੌਣ ਹੈ? ਉੱਥੇ ਹੁਣ ਗੁਰੂ ਦੀ ਮਹਿਮਾ ਦਾ ਜ਼ਿਕਰ ਹੁੰਦਾ। ਇਸ ਲਈ ਗੁਰੂ ਸਾਹਿਬ ਨੇ ਅਗਲੀਆਂ ਸਾਰੀਆਂ ਪੰਕਤੀਆਂ ਇਹ ਗੱਲ ਕਹੀ, ਗੁਰਮੁਖ ਨਾਦੰ। ਨਾਦੰ ਤੋਂ ਭਾਵ ਮੈਂ ਕਿਹਾ ਸੀ ਆਤਮਕ ਆਨੰਦ ਵਾਲੀ ਅਵਸਥਾ ਹੈ। ਇਹ ਬਾਹਰਲਾ ਨਾਦ ਨਹੀਂ ਹੈ, ਜਿਵੇਂ ਜੋਗੀ ਨਾਦ ਵਜਾਉਂਦੇ ਸਨ। ਉਹ ਨਾਦ ਵਜਾਉਂਦੇ ਸਨ, ਕਹਿੰਦੇ ਸਨ ਸਰ ਸਾਡੇ ਅੰਦਰ ਨਾਦ ਵੱਜਦਾ ਹੈ ਜੀ। ਗੁਰੂ ਸਾਹਿਬ ਨੇ ਕਿਹਾ ਇਹ ਨਾਦ ਨਹੀਂ ਹੈ, ਨਾਦ ਹੈ ਉਹ ਆਤਮਕ ਆਨੰਦ ਵਾਲੀ ਅਵਸਥਾ। ਇਹ ਬਣੇਗੀ ਗੁਰਮੁਖ, ਗੁਰੂ ਦੀ ਸ਼ਰਨ ਦੇ ਵਿੱਚ। ਜਿਵੇਂ ਉਹ ਅਸੀਂ ਪੜ੍ਹਦੇ ਹਾਂ ਨਾ, ਬਈ ਆਨੰਦ ਦਾ ਦਾਤਾ ਕੌਣ ਹੈ? ਪਰਮਾਤਮਾ ਹੈ, ਗੁਰੂ ਹੈ। ਆਨੰਦ ਮੂਲ ਧਿਆਇਓ ਪੁਰਖੋਤਮ, ਅਨਦਿਨ ਆਨੰਦ ਆਨੰਦੇ। ਪੁਰਖੋਤਮ ਭਾਵ ਉਹ ਪਰਮ ਪੁਰਖ ਪਰਮਾਤਮਾ, ਉਹ ਆਨੰਦ ਦਾ ਸੋਮਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰੂ ਕਹੀ ਹੈ। ਮਨ ਕੀ ਦੁਬਦਾ ਬਿਨਸ ਜਾਏ, ਹਰ ਪਰਮ ਪਦ ਲਈ ਹੈ। ਉੱਚੀ ਆਤਮਕ ਅਵਸਥਾ ਤੇ ਪਹੁੰਚਾ ਦੇਗਾ, ਜਿੱਥੇ ਅਹਿਸਾਸ ਪਰਮਾਤਮਾ ਦਾ ਸਾਡੇ ਅੰਦਰ ਪੈਦਾ ਹੋਏਗਾ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰੂ ਕਹੀ ਹੈ। ਕਹਿੰਦੇ ਉਹ ਆਨੰਦ ਦਾ ਦਾਤਾ ਪਰਮਾਤਮਾ ਵੀ ਹੈ ਤੇ ਗੁਰੂ ਵੀ ਹੈ। ਕਿਉਂਕਿ ਗੁਰੂ ਕੀ ਕਰਦਾ ਹੈ? ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ, ਗੁਰੂ ਦੀ ਮਹੱਤਤਾ ਸਾਡੇ ਜੀਵਨ ਦੇ ਵਿੱਚ ਬਹੁਤ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਆ ਵੀ ਗੁਰਮੁਖ ਨਾਦ, ਗੁਰੂ ਦੇ ਸਨਮੁਖ ਰਿਆਂ ਉਹ ਆਤਮਕ ਆਨੰਦ ਦੀ ਅਵਸਥਾ ਪੈਦਾ ਹੁੰਦੀ ਹੈ। ਵੇਦੰ ਗਿਆਨ ਪ੍ਰਾਪਤ ਹੁੰਦਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼,
हर कृपा ते संत भेटिया नानक मन प्रगाश। चानन हो गया, प्रकाश हो गया। किहड़ा प्रकाश? परमात्मा का अनुभव साढ़े अंदर पैदा हो गया। कहते फिर पता भी लगता है कि वो रिहा समाई भी है, गुरमुख रिहा समाई। वो परमात्मा सब थाई व्यापक है। इसलिए गुरु साहब ने कहा बई मैं किसी देवी देवते नहीं मनता। देवी देवा पूजिए भाई, क्या मांगू क्या दे। पाहन नीर पखालीए भाई, जल में बूढ़ा। तो तुसी किसी देवी देवते की जिन्हों वो इष्ट मनते उसकी मूर्ति बनाओ, वो तो पानी भी डुब जाएगी, उसको की मंगना है, वो तो आप डुबदी, किसी को की तारेगी। कहने लगे मेरे लिए सब कुछ गुरु है। गुरदाता, गुर हिवै कर, गुर दीपक तै लोए। वो चानन करने वाला है, वो प्रकाश करने वाला है। वो साढ़े अंदर जी तृष्णा की अग सानू साड़ती रहती, हर वेले साड़ती है। कहते वो तो बर्फ का घर है। गुरदाता, दाता देण वाला है। हिवै कर, हिवै कहते बर्फ, ठंडा, ठंडक देण वाला। तृष्णा की अग के बंदा सड़दा होवे, गुरु की शरण दे विच आ जाइए। गुरदाता गुर हिवै कर, गुर दीपक तै लोए। वो चानन करने वाला है। अमर पदार्थ नानका मन मानिया। मन रखिए पाओ, मन मानिया सुख होए। उसदे कोल ओ अमोलक दात है किहड़ी? नाम। ते उसनू अपने मन दे विच वसाउण दे नाल ही आत्मक सुख प्राप्त होएगा। ये गुरु की महिमा है। इसलिए गुरु साहब कहते हैं गुरें दिखायो लोए ना, ईतैं ऊतैं घट 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 तू ही मोए ना। सच्चे पातशाह तू तो मेरिया नज़रां दे विच ऐसा अनुभव भर दिता है, तू विखा दिता है कि वह सब थाई व्यापक है परमात्मा। ईतैं ऊतैं इस लोक विच परलोक दे विच हर शरीर दे विच घट घट तू ही मोहना। हे मोहन वाले प्रभु सच्चे पातशाह तू हर घर दे विच है, तू हर हिरदे घर भी समाया होया है, तू जर्रे जर्रे दे विच है। इसलिए गुरु साहब फिर अंत दे विच आके कहते हैं सच्चे पातशाह वो परमात्मा है, ऐसा है। गुरु ने दात बख्शिश की, क्योंकि गुरु ने सानू सोझी बख्शिश की। किहड़ा? गुरु साहिबान ने पहले जामे दे विच ही शब्द गुरु का सिद्धांत इसलिए सानू दे दिता सी। सानू ये नहीं कहा कि भाई तुसी मेरे जान तो बाद मेरे किते मेरी मड़ी बना के मेरी मूर्ति बना के उसकी पूजा करनी। गुरु साहब ने पहले जामे दे विच जदों सिद्धा ने सवाल किया ना गुरु नानक पातशाह जी नूं, गुरु साहब नूं पुछण लगे कवन मूल कवन मत वेला, तेरा कवन गुरु जिसका तू चेला। कहने लगे जिंदगी का मूल की है साडा, ये जिहड़ा मनुखा जीवन सानू मिलिया है, ये समा क्यों मिलिया सानू, किस लिए मिलिया है, ते तेरा गुरु कौन है? तो गुरु साहब ने कहा सी पवन आरंभ सतगुर मत वेला। कहते परमात्मा ने हवा बनाई है तो उसने सानू ये श्वास दिते, ये साडे जीवन का मूल है। तो सतगुरु की मत लैण का यह मनुखा जन्म वाला वेला है। भाव सतगुरु अनुसारी हो जाइए, सतगुरु की सिक्ख्या सतगुरु के उपदेश नूं जीवन विच वसा लईए। शब्द गुरु मेरा गुरु शब्द है, सुरत धुन चेला। जदों वो शब्द मेरी सुरत विच टिक जाता है, वस जाता है, शब्द ते सुर दा मेल हो जाता है, मेरी सुरत उसका चेला बन जाती है। भाव शब्द ही मेरा गुरु है। तो गुरु साहिबान ने सानू धन गुरु ग्रंथ साहिब जी वर्गा ये महान गुरु शब्द गुरु के रूप के सानू बख्श दिता, गुरु की महिमा दस दी। इसलिए गुरु साहब कहते हैं बिन गुर शब्द ना छूटिया, देखो विचारा जे लख कर्म कमावे बिन गुर अंधियारा। अज्ञानता का हनेरा साडे जीवन के विचों मिट नहीं सकेगा जे असी गुरु की शरण दे विच नहीं आउंदे। जीवन का असल राह सानू पता नहीं लगना, असी भटकते रहांगे। इसलिए गुरु साहब कहते सच्चे पातशाह जे मैं उस अकाल पुरख नूं जान भी लवां, वो परमात्मा इतना बेअंत है, क्या हूँ कथी। कहते मैं उस बारे की बयान कर सकदा, कथे कथ देखा मैं अकथ न कथना जाई, जो तुद भावै सोई आखां तिल तेरी वडियाई, जे हो जाना आखां नाही कहना कथन ना जाए। कहते सच्चे पातशाह जो कुछ मैं तेरे बारे बयान कर रहा हाँ, ये तो मात्र एक तिल जी वडियाई तेरी कर रहा, ये भी समर्था तू दिती है, मेरी अपनी कोई पाया नहीं है कि मैं तेरे बारे कुछ बयान कर सकां। जिहड़ा परमात्मा तू इतना बेअंत है, जिसका अनुभव पैदा होंदा है तेरी सिफत सलाह करन दे नाल, तेरे गुणां दा गायन करन दे नाल। ते गुरु साहब फिर अंत दे विच फिर गुरु की महिमा दसदे, जिहड़ा तीजा नुकता सी लिया सी। गुरु साहब कहते गुरा एक देह बुझाई, सबना जियां का एक दाता, सो मैं विसर ना जाए। सच्चे पातशाह कृपा कर मैनू ये समझ दे, ये सोझी बख्श कि वह परमात्मा जिहड़ा बेअंत है, जिन्हों स्थापित नहीं किया जा सकता, जो माँ के गर्भ के विच निमदा नहीं, जो जमदा नहीं, जो पैदा नहीं होंदा, जो मरदा नहीं है, साढ़े जीवन की घाट करने वाला है, साढ़े नैन नक्श करने वाला है, सानू बना के संसार के विच भेजण वाला है, सानू पैदा करने वाला है।
ਉਹ ਬੇਅੰਤ ਪਰਮਾਤਮਾ ਉਹ ਨਾ ਮੈਂ ਭੁੱਲ ਜਾਏ, ਉਸ ਨੂੰ ਨਾ ਮੈਂ ਕਿਤੇ ਵਿਸਾਰ ਦਿਆਂ। ਕਿਉਂਕਿ ਜੇ ਉਸ ਨੂੰ ਵਿਸਾਰਾਂਗਾ ਤੇ ਫਿਰ ਕੀ ਹੈ? ਗੁਰੂ ਸਾਹਿਬ ਨੇ ਕਿਹਾ ਸੀ ਨਾ ਇਹ ਗੱਲ ਕਿ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜੇ ਵਿਸਾਰਾਂਗਾ ਤਾਂ ਫਿਰ ਦੁੱਖ ਹੈ, ਤੇ ਜੇ ਉਸ ਨੂੰ ਯਾਦ ਰੱਖਾਂਗਾ ਤਾਂ ਫਿਰ ਸੁੱਖਾਂ, ਫਿਰ ਮਾਣ ਵਡਿਆਈ ਵੀ ਹੈ। ਮਾਣ ਵਡਿਆਈ ਕਿਹੜੀ ਮਾਣ ਵਡਿਆਈ? ਗੁਰੂ ਬਖਸ਼ਿਸ਼ ਕਰਦਾ ਹੈ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਤੇ ਆਈ ਹੈ। ਜੇ ਗੁਰੂ ਦੇ ਸਨਮੁਖ ਰਹਿ ਕੇ ਉਸ ਨੂੰ ਯਾਦ ਕਰਦੇ ਰਹੀਏ, ਉਸ ਸਿਫਤ ਸਲਾਹ ਕਰਦੇ ਰਹੀਏ, ਤੇ ਸਾਰੀਆਂ ਵਡਿਆਈਆਂ ਨਾਮ ਦੇ ਵਿੱਚ ਨੇ। ਦੁਨਿਆਵੀ ਵਡਿਆਈ ਨਹੀਂ। ਦੁਨਿਆਵੀ ਵਡਿਆਈ ਦੀ ਗੱਲ ਕੀਤੀ ਹੈ, ਇਹ ਵਡਿਆਈਆਂ ਇੱਥੇ ਰਹਿਣ ਵਾਲੀਆਂ ਨੇ। ਇਹ ਮਾਣ ਇੱਥੇ, ਮੇਰਾ ਕੋਈ ਸਤਿਕਾਰ ਕਰੇ ਇੱਥੇ ਹੀ ਰਹਿ ਜਾਣਾ। ਲੱਖ ਲਸ਼ਕਰ ਲੱਖ ਵਾਜੇ ਨੇਜੇ, ਲੱਖ ਉੱਠ ਕਰੇ ਸਲਾਮ, ਲੱਖਾਂ ਉੱਪਰ ਫਰਮਾਇਸ਼ ਤੇਰੀ, ਲੱਖ ਉੱਠ ਰਾਖੇ ਮਾਣ, ਜਾਂ ਪਤ ਲੇਖੈ ਨਾ ਪਵੈ ਤਾਂ ਸਭ ਨਿਰਾਫਲ ਕਾਮ। ਕਹਿੰਦੇ ਬੜਾ ਲੱਖਾਂ ਦੀ ਗਿਣਤੀ ਵੀ ਤੇਰੇ ਕੋਲ ਲਾਓ ਲਸ਼ਕਰ ਕਿਉਂ ਨਾ ਹੋਵੇ, ਲੱਖਾਂ ਹੀ ਨੇਜ਼ੇ ਬਰਦਾਰ ਕਿਉਂ ਨਾ ਹੋਣ, ਲੱਖਾਂ ਹੀ ਤੇਰੇ ਅੱਗੇ ਝੁੱਕ ਕੇ ਤੈਨੂੰ ਸਲਾਮ ਕਰਨ ਵਾਲੇ ਕਿਉਂ ਨਾ ਹੋਣ, ਲੱਖਾਂ ਦੇ ਉੱਪਰ ਤੂੰ ਹੁਕਮ ਕਿਉਂ ਨਾ ਕਰਦਾ ਹੋਵੇਂ, ਲੇਕਿਨ ਪਰਮਾਤਮਾ ਦੀ ਨਜ਼ਰ ਦੇ ਵਿੱਚ ਜੇ ਤੇਰੀ ਇੱਜ਼ਤ ਨਹੀਂ, ਤੇ ਕਹਿੰਦੇ ਸਭ ਕੁਝ ਨਿਰਾਫਲ ਹੈ। ਇਸ ਲਈ ਉਹ ਵਡਿਆਈ ਕਿਹੜੀ ਹੈ? ਸਭ ਵਡਿਆਈਆਂ ਹਰ ਸਾ ਵਡਿਆਈ ਦੇ, ਜਿਤ ਨਾਮ ਤੇਰੇ ਲਾਗ ਰਹਾ। ਸੱਚੇ ਪਾਤਸ਼ਾਹ ਇਹ ਵਡਿਆਈ, ਇਹ ਮਾਣ ਬਖਸ਼ ਕੇ ਮੈਂ ਤੇਰੇ ਨਾਮ ਦੇ ਨਾਲ ਜੁੜਿਆ ਰਵਾਂ। ਤੇ ਜਦੋਂ ਉਸ ਦੇ ਨਾਮ ਦੇ ਨਾਲ ਜੁੜਾਂਗੇ ਤੇ ਫਿਰ ਦੁੱਖਾਂ ਦਾ ਵੀ ਅੰਤ ਹੈ। ਦੁੱਖਾਂ ਦਾ ਅੰਤ ਕੀ ਹੈ? ਦੇਖੋ, ਦੁੱਖ ਸੁੱਖ ਦੋਏ ਦਰ ਕੱਪੜੇ, ਇਹ ਪਾਰਟ ਐਂਡ ਪਾਰਸਲ ਹੈ ਸਾਡੀ ਲਾਈਫ ਦਾ। ਲੇਕਿਨ ਅਵਸਥਾ ਕਿਹੜੀ ਬਣ ਜਾਂਦੀ ਹੈ ਕਿ ਦੁੱਖਾਂ ਸੁੱਖਾਂ ਤੋਂ ਬੰਦਾ ਉਪਰਾਮ ਹੋ ਜਾਂਦਾ ਹੈ। ਦੁੱਖ ਆ ਜਾਂਦਾ ਘਬਰਾਉਂਦਾ ਨਹੀਂ, ਸੁੱਖ ਆ ਜਾਏ ਢੋਲ ਧਮੱਕੇ ਤੇ ਕਾਕਟੇਲ ਪਾਰਟੀਆਂ ਨਹੀਂ ਕਰਦਾ। ਦੁੱਖ ਸੁੱਖ ਦੋਨੋਂ ਸਮ ਕਰ ਜਾਣਾ, ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹਿ ਅਤੀਤਾ ਤਿੰਨ ਜਗ ਤਤ ਪਛਾਨਾ। ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਹ ਅਵਸਥਾ ਬਣਾ ਦਿੰਦਾ ਹੈ ਗੁਰੂ। ਇਸ ਲਈ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ, ਹੇ ਪ੍ਰਭੂ, ਹੇ ਸੱਚੇ ਪਾਤਸ਼ਾਹ, ਕਿਰਪਾ ਕਰ, ਸਾਨੂੰ ਸ਼ਬਦ ਦੀ ਦਾਤ ਦੇ, ਸ਼ਬਦ ਦੀ ਦਾਤ ਦੇ, ਨਾਮ ਦੀ ਦਾਤ ਬਖਸ਼, ਤਾਂ ਕਿ ਅਸੀਂ ਮਨ ਰੱਖੀਏ ਭਾਵ ਵਾਲੀ ਅਵਸਥਾ ਦੇ ਵਿੱਚ ਆ ਜਾਈਏ ਤੇ ਨਿਤਾ ਪ੍ਰਤੀ ਉੱਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਕਹਿੰਦੇ ਇਹ ਅਵਸਥਾ ਸਾਡੀ ਬਣ ਜਾਏ, ਉਸ ਨੂੰ ਗਾਉਂਦੇ ਰਹੀਏ, ਲੇਕਿਨ ਇਸ ਤਰੀਕੇ ਨਾਲ ਗਾਈਏ ਕਿ ਉਸ ਦਾ ਪ੍ਰੇਮ ਸਾਡੇ ਅੰਦਰ ਪੈਦਾ ਹੋ ਜਾਏ। ਜਿਉਂ ਹੀ ਉਸ ਦਾ ਪ੍ਰੇਮ ਸਾਡੇ ਅੰਦਰ ਪੈਦਾ ਹੋਏਗਾ, ਸਤਿਗੁਰੂ ਦੀ ਸ਼ਰਨ ਦੇ ਵਿੱਚ ਰਹਿ ਕੇ ਤੇ ਅਹਿਸਾਸ ਹੋਏਗਾ ਕਿ ਉਹ ਪਰਮਾਤਮਾ ਬੇਅੰਤ ਹੈ। ਉਸ ਦੇ ਨਾਲ ਜੁੜ ਕੇ ਹੀ ਸੁੱਖ ਮਿਲ ਸਕਦਾ ਹੈ। ਉਸ ਤੋਂ ਦੂਰ ਹੋਵਾਂਗੇ ਤੇ ਦੁੱਖਾਂ ਦੇ ਵਿੱਚ ਘਿਰੇ ਜਾਵਾਂਗੇ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ। ਅੱਜ ਦੀ ਇਸ ਪੌੜੀ ਦੀ ਵਿਚਾਰ ਤੁਹਾਡੇ ਸਨਮੁਖ ਰੱਖੀ ਹੈ। ਬਾਣੀ ਅਗਾਧ ਬੋਧ ਹੈ। ਮੈਂ ਪਹਿਲਾਂ ਵੀ ਤੁਹਾਡੇ ਸਨਮੁਖ ਰੱਖਿਆ ਕਿ ਬਾਣੀ ਦੀ ਵਿਚਾਰ ਜਿਸ ਤਲ ਤੇ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ, ਆਪਾਂ ਉੱਥੇ ਨਹੀਂ ਪਹੁੰਚ ਸਕਦੇ, ਲੇਕਿਨ ਤੁਛ ਬੁੱਧੀ ਅਨੁਸਾਰ ਜੋ ਅਕਾਲ ਪੁਰਖ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਗੁਰੂ ਨੇ ਰਹਿਮਤ ਕੀਤੀ ਹੈ, ਤੁਹਾਡੇ ਸਨਮੁਖ ਇਹ ਵਿਚਾਰ ਰੱਖੀ ਹੈ। ਜਪਜੀ ਸਾਹਿਬ ਅਸੀਮ ਰਚਨਾ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਹੈ, ਸਾਡੇ ਨੇਮ ਦੀ ਪਹਿਲੀ ਬਾਣੀ ਹੈ, ਅੰਮ੍ਰਿਤ ਦੀਆਂ ਬਾਣੀਆਂ ਦੇ ਵਿੱਚੋਂ ਪਹਿਲੀ ਬਾਣੀ ਹੈ। ਇਸ ਲਈ ਇਸ ਨੂੰ ਜੇ ਮਨ ਕਰਕੇ ਅਸੀਂ ਪੜ੍ਹਾਂਗੇ, ਅਰਥ ਬੋਧ ਸਾਨੂੰ ਸਮਝ ਆ ਜਾਣਗੇ ਤੇ ਹੋਰ ਆਨੰਦ ਆਏਗਾ, ਤੇ ਜੀਵਨ ਦੇ ਵਿੱਚ ਅਪਣਾਵਾਂਗੇ ਤੇ ਫਿਰ ਕੂੜ ਦੀ ਪਾਲ ਟੁੱਟ ਜਾਏਗੀ ਤੇ ਸਚਿਆਰ ਦੀ ਅਵਸਥਾ ਤੱਕ ਪਹੁੰਚ ਜਾਵਾਂਗੇ। ਅੱਜ ਦੀ ਵਿਚਾਰ ਕਰਦੇ ਹਾਂ। ਬੇਅੰਤ ਭੁੱਲਾਂ ਗਲਤੀਆਂ ਹੋਣਗੀਆਂ, ਬਖਸ਼ ਲੈਣਾ ਜੀ। ਕੋਟਾਨ ਕੋਟ ਧੰਨਵਾਦ ਪ੍ਰਬੰਧਕ ਵੀਰਾਂ ਦਾ, ਜਿਨ੍ਹਾਂ ਨੇ ਇਹ ਸਮਾਂ ਬਖਸ਼ਿਆ ਹੈ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਛਤਰ ਛਾਇਆ ਹੇਠ ਸਾਰੇ ਸਮਾਗਮ ਆਪ ਜੀ ਦੇ ਸਹਿਯੋਗ ਦੇ ਨਾਲ ਚੱਲ ਰਹੇ ਨੇ। ਤੇ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਵੀ, ਜੋ ਇਕਾਗਰਤਾ ਬਖਸ਼ਦੇ ਹੋ ਤੇ ਇਕਾਗਰਤਾ ਦੇ ਨਾਲ ਬੈਠ ਕੇ ਆਪਾਂ ਇਹ ਵਿਚਾਰ ਸਰਵਣ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ ਕਿ ਇਸੇ ਤਰ੍ਹਾਂ ਦੀ ਇਕਾਗਰਤਾ ਸਾਡੇ ਜੀਵਨ ਦੇ ਵਿੱਚ ਹੋਰ ਆ ਜਾਏ। ਅੱਜ ਦੀ ਵਿਚਾਰ ਇੱਥੇ ਹੀ ਸਮੇਟਦੇ ਹਾਂ ਜੀ। ਹੋਈ ਭੁੱਲ ਚੁੱਕ ਦੀ ਖਿਮਾ, ਫਤਿਹ ਦੇ ਨਾਲ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।